जात है। वाहे गुरु। पौड़ी बड़ी हूँ वड्डा अपार, तेरा मर्तबा रंग प्रंग अनेक न जापन करतबा। जिया अंदर जियो सबके जान ला, सब किस तेरे वास्ते तेरा कर भला। तेरे कर आनंद विदाए तुद कर, मान महता तेज अपना आप जर। सर्व कला भरपूर दी सहजत कथा, नानक दासन दास तुद आगे बिन बता। श्लोक पवन गुरु पाणी पिता माता धरत महत दिवस रात दाई दाया खेले सगल जगत। चंगियां बुरियां वाचे तरम दूर, करमी आपो अपनी के नेड़े के दूर। जिन्नी नाम ते आया गेम सकत काल, नानक ते मुख उजले केती छुट्टी नाल। जिनी नाम ते आया गेम सकत काल, नानक ते मुख उजले केती छुट्टी नाल। वाहे गुरु जी का खालसा, वाहे गुरु जी की फतेह। ਵਾਹਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ। ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਸ਼੍ਰੀ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਰਾਮਦਾਸ ਗੁਣ ਸ਼੍ਰੀ ਅਰਜਨ ਬਿਘਨ ਨਾਨਕ ਨਾਸਕ ਬਿਘਨ ਨਾਨਕ। ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ। ਸ਼੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਏਕ ਓੰਕਾਰ
ਸਤਿਗੁਰੂ ਤੈ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਸਤਿਗੁਰ ਉਪਕਾਰ ਹਿਤ ਤੀਰਥ ਰਚਿਓ ਵਿਸਾਲ। ਕਰੀ ਟੈਲ ਜਿਨ ਪ੍ਰੇਮ ਧਰ ਸੇ ਸਭ ਕਰੇ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ। ਐਸੇ ਦੀਨ ਦਇਆਲ ਪਾਤਸ਼ਾਹ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਾਵਰ ਛਤਰ ਤਖਤ ਦੇ ਮਾਲਕ ਸਰਵਰੇ ਕਾਇਨਾਤ ਹਲਤ ਪਲਤ ਦੇ ਰੱਖਿਅਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੇ ਦੀਵਾਨਾਂ ਦੇ ਵਿੱਚ ਜੁੜ ਬੈਠੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਤਾ ਦੇ ਯੋਗ ਹੋ ਜੋ ਆਪ ਜੀ ਗੁਰਚਰਨਾਂ ਵਿੱਚ ਜੁੜ ਕਰਕੇ ਰਬੀ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਨ ਕਰਕੇ ਮਨੁੱਖਾ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਰਬੀ ਬਾਣੀ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਨ ਕੀਤਾ ਸੀ ਪਤੀ ਬ੍ਰਤ ਔਰਤ ਦਾ ਧਰਮ ਜਿਹੜੀ ਪ੍ਰਪੱਕ ਹੈ ਉਹਦਾ ਜੀਵਨ ਕੈਸਾ ਹੈ। ਗੋਇੰਦਵਾਲ ਸਾਹਿਬ ਵਿਖੇ ਜਿੱਥੇ ਬੇਅੰਤ ਸੰਗਤਾਂ ਹਰ ਰੋਜ਼ ਚੱਲ ਕੇ ਆਉਂਦੀਆਂ ਸੇਵਾ ਕਰਦੀਆਂ ਸਤਿਗੁਰੂ ਪਾਤਸ਼ਾਹ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਦੀਆਂ, ਉੱਥੇ ਕਾਬਲ ਤੋਂ ਚੱਲ ਕੇ ਕਮਾਈ ਆਉਂਦੀ ਹੈ ਹਰ ਰੋਜ਼ ਜੋ ਸੇਵਾ ਕਰਦੀ, ਬੜੇ ਪ੍ਰੇਮ ਨਾਲ ਸੇਵਾ ਕਰਦੀ ਹੈ, ਜਿਹਦੇ ਸੇਵਾ ਕਰਨ ਵਿੱਚ ਕੋਈ ਆਲਸ ਨਹੀਂ, ਔਰ ਸੇਵਾ ਕਰਦਿਆਂ ਆਪਣਾ ਇੱਕ ਹੱਥ ਜਿਹੜਾ ਹੈ ਉਹ ਵੀ ਹਿਲਾਉਂਦੀ ਹੈ, ਅੱਗੇ ਨੂੰ ਪਸਾਰਦੀ ਹੈ, ਫਿਰ ਪਿੱਛੇ ਖਿੱਚ ਲੈਂਦੀ ਹੈ। ਸਿੱਖ ਸੰਗਤਾਂ ਹਰ ਰੋਜ਼ ਵੇਖਦੀਆਂ ਬੜਾ ਹੈਰਾਨ ਹੁੰਦੀਆਂ, ਪਰ ਕਿਸੇ ਕੋਲੋਂ ਇਹ ਭੇਦ ਜਾਣਿਆ ਨਹੀਂ ਗਿਆ। ਇੱਕ ਦਿਨ
ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਸਿੱਖ ਸੰਗਤਾਂ ਸੇਵਕ ਚੱਲ ਕੇ ਆਏ। ਪੁੱਛਣਾ ਕੀਤਾ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਇੱਕ ਮਾਈ ਹਰ ਰੋਜ਼ ਆਉਂਦੀ ਹੈ, ਸੇਵਾ ਕਰਦੀ ਹੈ, ਸੇਵਾ ਕਰਦਿਆਂ ਹੱਥ ਪਸਾਰਦੀ ਹੈ, ਅੱਗੇ ਨੂੰ ਪਿੱਛੇ ਖਿੱਚ ਲੈਂਦੀ ਹੈ, ਸੰਧਿਆ ਹੁੰਦੀ ਹੈ, ਅਲੋਪ ਹੋ ਜਾਂਦੀ ਹੈ, ਨਾ ਆਉਂਦੀ ਨਜ਼ਰ ਆਉਂਦੀ ਹੈ, ਨਾ ਜਾਣ ਲੱਗਿਆ ਕਿਸੇ ਨੂੰ ਨਜ਼ਰ ਆਉਂਦੀ ਹੈ। ਕਿਰਪਾ ਕਰਕੇ ਦੱਸੋ। ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ, ਕਾਬਲ ਵਿਖੇ ਸਾਡਾ ਇੱਕ ਸਿੱਖ ਹੈ, ਉਹਦੀ ਇੱਕ ਘਰਵਾਲੀ ਹੈ, ਜਿਸਨੇ ਪਤਿਵ੍ਰਤ ਧਰਮ ਦੀ ਪਾਲਣਾ ਕੀਤੀ ਹੈ, ਪਰਪੱਕ ਹੈ, ਔਰ ਆਪਣੇ ਪਤੀ ਦੇ ਕੋਲੋਂ ਗੁਰੂ ਦੀ ਸੇਵਾ ਬਾਬਤ ਸੁਣ ਕਰਕੇ ਸੇਵਾ ਦੇ ਵਿੱਚ ਦ੍ਰਿੜ ਹੋ ਕੇ ਸੇਵਾ ਕਰਦੀ ਹੈ। ਪਤੀ ਦੀ ਆਗਿਆਕਾਰੀ ਹੋ ਕੇ ਰਹਿੰਦੀ ਹੈ, ਉਹਦੀ ਆਗਿਆ ਵਿੱਚ ਚੱਲਦੀ ਹੈ, ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ। ਇਹ ਸਾਰੀ ਸ਼ਕਤੀ ਇਹਨੇ ਇੱਥੋਂ ਪ੍ਰਾਪਤ ਕੀਤੀ ਹੈ, ਇਸ ਪ੍ਰਕਾਰ ਦੇ ਨਾਲ ਪਤੀ ਦੀ ਸੇਵਾ ਕਰਕੇ। ਐਸੀ ਸ਼ਕਤੀ ਹੈ ਇਹਦੇ ਕੋਲ, ਜਿੱਥੇ ਵੀ ਚਾਹੇ ਹਜ਼ਾਰਾਂ ਕੋ ਪੈਂਡਾ ਤੈਅ ਕੁਝ ਘੜੀਆਂ ਦੇ ਵਿੱਚ ਤੈਅ ਕਰ ਸਕਦੀ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਹਿਲੇ ਸਮੇਂ ਦੇ ਵਿੱਚ ਮਾਂਡਵ ਰਿਸ਼ੀ ਹੋਇਆ। ਰਾਜੇ ਦੇ ਮਹਿਲਾਂ ਵਿੱਚੋਂ ਚੋਰਾਂ ਨੇ ਚੋਰੀ ਕਰ ਲਈ। ਚੋਰੀ ਕਰਕੇ ਵਾਪਸ ਜਾਂਦਿਆਂ ਇੱਕ ਹਾਰ ਰਿਸ਼ੀ ਨੂੰ ਭੇਟ ਕਰ ਗਏ। ਰਾਜੇ ਦੇ ਸਿਪਾਹੀ ਆਏ, ਰਿਸ਼ੀ ਕੋਲ ਹਾਰ ਵੇਖ ਕੇ ਰਿਸ਼ੀ ਨੂੰ ਪਕੜ ਲਿਆ, ਗ੍ਰਿਫਤਾਰ ਕਰ ਲਿਆ, ਲਿਆਂਦਿਆ ਗਿਆ, ਸੂਲੀ ਤੇ ਟੰਗਣ ਦੀ ਸਜ਼ਾ ਦਿੱਤੀ, ਸੂਲੀ ਤੇ ਚੜਾ ਦਿਓ। ਸੂਲੀ ਤੇ ਚੜਾਇਆ ਗਿਆ। ਤਪ ਦੇ ਕਾਰਨ ਇਹਦੀ ਮੌਤ ਨਹੀਂ ਹੋਈ ਤੇ ਧਰਮਰਾਜ ਨੂੰ ਤਾੜਨਾ ਕੀਤੀ ਕਿ ਤੂੰ ਇਹ ਕਾਹਦਾ ਮੇਰੇ ਨਾਲ ਨਿਆਂ ਕਰ ਰਿਹਾ ਹੈ, ਇਹ ਸਜ਼ਾ ਮੈਨੂੰ ਕਿਉਂ ਦੇ ਰਿਹਾ ਹੈ, ਮੈਂ ਕੋਈ ਗੁਨਾਹ ਨਹੀਂ ਕੀਤਾ। ਕਹਿਣ ਲੱਗਾ, ਛੋਟੀ ਉਮਰਾਂ ਦੇ ਵਿੱਚ, ਬਾਲਕ ਅਵਸਥਾ ਦੇ ਵਿੱਚ ਤੁਸੀਂ ਸੂਲ ਲੈ ਕੇ ਉਹਦੇ ਨਾਲ ਅੱਕ ਦੇ ਟਿੱਡਿਆਂ ਨੂੰ ਵਿੰਨ੍ਹਿਆ ਸੀ, ਇਹ ਬਾਲਕ ਅਵਸਥਾ ਦੇ ਵਿੱਚ ਕੀਤੇ ਹੋਏ ਕਰਮ ਦੀ ਸਜ਼ਾ ਹੈ। ਉਸਨੇ ਕਿਹਾ ਕਿ ਇਹ ਸਜ਼ਾ ਨਹੀਂ ਮਿਲਣੀ ਚਾਹੀਦੀ, ਕਿਉਂਕਿ ਬਾਲਕ ਅਵਸਥਾ ਦੇ ਵਿੱਚ ਬੱਚਾ ਜਦੋਂ ਕੋਈ ਕਰਮ ਕਰਦਾ ਹੈ ਉਹਨੂੰ ਇਹਦੀ ਸੋਝੀ ਨਹੀਂ ਹੁੰਦੀ, ਇਹਦੇ ਬਾਬਤ ਪਤਾ ਨਹੀਂ ਹੁੰਦਾ। ਉਸ ਵਕਤ ਜਦੋਂ ਸੂਲੀ ਤੇ ਟੰਗਿਆ ਸੀ ਤਾਂ ਇੱਕ ਪਤਿਵ੍ਰਤ ਔਰਤ, ਜਿਹਦਾ ਪਤੀ ਪਿੰਗਲਾ ਸੀ, ਟੋਕਰੀ ਵਿੱਚ ਚੁੱਕ ਕੇ ਆ ਰਹੀ ਹੈ। ਕੁਝ ਹਨੇਰਾ ਹੋਣ ਕਰਕੇ ਨਜ਼ਰ ਨਹੀਂ ਆਇਆ ਤੇ ਉਹਦੇ ਪਤੀ ਵਾਲੀ ਟੋਕਰੀ ਜਿਹੜੀ ਸੀ ਉਹ ਨਾਲ ਟਕਰਾਈ ਤੇ ਰਿਸ਼ੀ ਨੂੰ ਦੁੱਖ ਪਹੁੰਚਿਆ, ਪੀੜਾ ਪਹੁੰਚੀ ਤੇ ਸਰਾਪ ਦੇ ਦਿੱਤਾ, ਸੂਰਜ ਚੜ੍ਹਨ ਤੋਂ ਪਹਿਲਾਂ ਇਹਦੀ ਮੌਤ ਹੋ ਜਾਵੇਗੀ। ਪਤਿਵ੍ਰਤ ਧਰਮ ਵਿੱਚ ਪਰਪੱਕ ਸੀ ਤੇ ਉਹਨੇ ਕਿਹਾ, ਮੈਂ ਸੂਰਜ ਹੀ ਨਹੀਂ ਚੜ੍ਹਨ ਦਿਆਂਗੀ, ਜਿੰਨੀ ਦੇਰ ਤੱਕ ਮੇਰਾ ਪਤੀ ਜੀਵਤ ਨਹੀਂ ਹੋਵੇਗਾ ਉਨੀ ਦੇਰ ਤੱਕ ਸੂਰਜ ਵੀ ਨਹੀਂ ਚੜ੍ਹੇਗਾ। ਜਦੋਂ ਕੋਈ ਮੇਰੇ ਪਤੀ ਨੂੰ ਜੀਵਤ ਕਰੇਗਾ ਸੂਰਜ ਫਿਰ ਹੀ ਚੜ੍ਹ ਸਕਦਾ ਹੈ। ਇਸੇ ਪ੍ਰਕਾਰ ਦੇ ਨਾਲ ਇਸੇ ਤਰ੍ਹਾਂ ਹੋਇਆ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜੀ ਔਰਤ ਆਪਣੇ ਪਤੀ ਦੇ ਆਗਿਆਕਾਰੀ ਹੋ ਕੇ ਵਿਚਰਦੀ ਹੈ, ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ, ਪਤਿਵ੍ਰਤ ਧਰਮ ਵਿੱਚ ਪਰਪੱਕ ਰਹਿੰਦੀ ਹੈ, ਉਹ ਇਹ ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰ ਲੈਂਦੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਮਾਈ ਨੂੰ ਬੁਲਾਇਆ, ਨਦਰ ਕੀਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਗਿਆਨ ਦੀ ਬਖਸ਼ਿਸ਼ ਕਰਕੇ ਮੁਕਤ ਕਰ ਦਿੱਤਾ। ਸੋ ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਸਤਿਗੁਰ ਉਪਕਾਰ ਹਿਤ ਤੀਰਥ ਰਚਿਓ ਵਿਸਾਲ। ਸਿੱਖਾਂ ਦੇ ਭਲੇ ਹਿਤ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਵਿਖੇ ਇੱਕ ਐਸਾ ਵਿਸ਼ਾਲ ਜਿਹੜਾ ਤੀਰਥ ਸਥਾਨ ਹੈ ਉਹ ਤੀਰਥ ਰਚਨਾ ਕੀਤਾ ਹੈ। ਕਰੀ ਟੈਲ ਜਿਨ ਪ੍ਰੇਮ ਤਰ ਸੇ ਸਭ ਕਰੇ ਨਿਹਾਲ। ਇਹ ਤੀਰਥ ਸਥਾਨ ਦੇ ਜਿਹੜਾ ਕਾਰ ਸੇਵਾ ਗੁਰੂ ਸਾਹਿਬ ਜੀ ਨੇ ਆਰੰਭ ਕੀਤੀ, ਬਾਉਲੀ ਸਾਹਿਬ ਦੀ ਸੇਵਾ,
ਜਿਹੜੀਆਂ ਵੀ ਸਿੱਖ ਸੰਗਤਾਂ ਭਾਵਨਾ ਧਾਰ ਕੇ ਆਉਂਦੀਆਂ, ਪ੍ਰੇਮ ਦੇ ਨਾਲ ਸੇਵਾ ਕਰਦੀਆਂ, ਤੇ ਸਤਿਗੁਰੂ ਪਾਤਸ਼ਾਹ ਜੀ ਚੱਲ ਕੇ ਆਈਆਂ ਹੋਈਆਂ ਸਾਰੀਆਂ ਸਿੱਖ ਸੰਗਤਾਂ ਨੂੰ ਨਦਰ ਨਿਹਾਲ ਕਰ ਦਿੰਦੇ, ਸੇਵਾ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰਦੀਆਂ। ਸਤਿਗੁਰੂ ਜੀ ਰਹਿਮਤਾਂ ਬਖਸ਼ਿਸ਼ਾਂ ਨਾਲ ਨਿਵਾਜਦੇ। ਚੌਪਈ ਸਤਿਗੁਰ ਪੂਰ ਮੁਕਤ ਕੋ ਦੁਆਰਾ। ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਨਗਰੀ ਹੈ, ਮਾਨੋ ਇਹ ਮੁਕਤੀ ਦਾ ਦੁਆਰ ਹੈ। ਗੋਇੰਦਵਾਲ ਸਾਹਿਬ ਜਿਹੜਾ ਨਗਰ ਵਸਾਇਆ ਗੁਰੂ ਸਾਹਿਬ ਜੀ ਨੇ, ਤੀਰਥ ਸਥਾਨ ਰਚ ਰਹੇ ਨੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਹ ਵਸਾਈ ਹੋਈ ਨਗਰੀ ਮਾਨੋ ਇਹ ਮੁਕਤੀ ਦਾ ਦੁਆਰਾ ਹੈ, ਦਰਵਾਜ਼ਾ ਹੈ। ਧਰ ਪ੍ਰਤੀਤ ਇਮਠਾਨਤ ਕਾਰਾ। ਤੇ ਜਿਹੜੇ ਹਿਰਦੇ ਦੇ ਵਿੱਚ ਭਰੋਸਾ ਰੱਖ ਕੇ ਸ਼ਰਧਾ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਸਥਾਨ ਤੇ ਆ ਕੇ ਸੇਵਾ ਕਰਦੇ ਹਨ, ਰਾਖਿਓ ਖੋਲ ਮੁਕਤ ਭੰਡਾਰੂ। ਮਾਨੋ ਉਹਨਾਂ ਦੇ ਲਈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੁਕਤੀ ਦਾ ਭੰਡਾਰਾ ਖੋਲ ਕੇ ਰੱਖਿਆ। ਜਿਹੜੇ ਗੁਰੂ ਕੇ ਸਿੱਖ ਗੁਰੂ ਘਰ ਦੇ ਵਿੱਚ ਆ ਕੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ, ਹਉਮੈ ਹੰਕਾਰ ਨੂੰ ਤਿਆਗ ਕਰਕੇ, ਉਹਨਾਂ ਦੇ ਲਈ ਸਦਾ ਹੀ ਗੁਰੂ ਦੇ ਘਰ ਦੇ ਵਿੱਚ ਮੁਕਤੀ ਦੇ ਭੰਡਾਰੇ ਖੁੱਲੇ ਪਏ ਨੇ। ਜਿਹੜੀਆਂ ਇਹ ਸਿੱਖ ਸੰਗਤਾਂ ਸੇਵਾ ਕਰਦੀਆਂ ਭਾਵਨਾ ਨਾਲ, ਸਤਿਗੁਰੂ ਪਾਤਸ਼ਾਹ ਜੀ ਨੇ ਮਾਨੋ ਉਹਨਾਂ ਲਈ ਮੁਕਤੀ ਦੇ ਭੰਡਾਰ ਖੋਲ ਕੇ ਰੱਖੇ ਹੋਣ। ਜਿਉਂ ਜਿਉਂ ਬਖਸ਼ਤ ਹੋਤੇ ਉਦਾਰੂ। ਤੇ ਜਿਵੇਂ ਜਿਵੇਂ ਗੁਰੂ ਦੀ ਬਖਸ਼ਿਸ਼ ਹੁੰਦੀ, ਗੁਰੂ ਦੀ ਕਿਰਪਾ ਵਰਤਦੀ, ਮਾਨੋ ਤਿਉਂ ਤਿਉਂ ਹੀ ਮੁਕਤੀ ਦਾ ਦੁਆਰ ਖੁੱਲਦਾ। ਜਿੰਨਾ ਵੱਧ ਤੋਂ ਵੱਧ ਪ੍ਰੇਮ ਕਰਕੇ ਸ਼ਰਧਾ ਨਾਲ ਸਿੱਖ ਸੰਗਤਾਂ ਸੇਵਾ ਕਰਦੀਆਂ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ, ਗੁਰੂ ਦੀ ਕਿਰਪਾ ਵਰਤਦੀ, ਮਾਨੋ ਉਸੇ ਤਰ੍ਹਾਂ ਮੁਕਤੀ ਦਾ ਦਰਵਾਜ਼ਾ ਖੁੱਲਦਾ ਜਾਂਦਾ। ਸ਼੍ਰੀ ਗੁਰੂ ਅਮਰ ਕੇ ਦੇਵ ਤਰੋਵਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਾਨੋ ਕਲਪ ਬ੍ਰਿਸ਼ ਦੀ ਨਿਆਈ ਨੇ। ਸਤਿਗੁਰੂ ਪਾਤਸ਼ਾਹ ਜੀ ਸਨਾਤਨ ਮਤ ਦੇ ਅੰਦਰ ਮੰਨਣਾ ਹੈ ਕਿ ਕਲਪ ਬ੍ਰਿਸ਼ ਦੇ ਕੋਲ ਜਾ ਕੇ ਜੋ ਵੀ ਮੰਗੀਏ ਉਹਦੇ ਕੋਲੋਂ ਪ੍ਰਾਪਤ ਹੋ ਜਾਂਦਾ ਹੈ, ਪਰ ਉਹ ਕਲਪ ਬ੍ਰਿਸ਼ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਮਾਤਮਾ ਦੇ ਵਸ ਵਿੱਚ ਹੈ। ਗੁਰੂ ਦੇ ਹੁਕਮ ਤੋਂ ਬਿਨਾਂ ਉਹ ਵੀ ਕੁਝ ਨਹੀਂ ਬਖਸ਼ਿਸ਼ ਕਰ ਸਕਦਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਮਾਨੋ ਕਲਪ ਬ੍ਰਿਸ਼ ਦੀ ਨਿਆਈ ਹਨ। ਵੱਡ ਪ੍ਰਤਾਪ ਵਿਸਤਾਰ ਬਰੋਵਰ। ਤੇ ਸਤਿਗੁਰੂ ਪਾਤਸ਼ਾਹ ਜਿਵੇਂ ਬ੍ਰਿਸ਼ ਹੈ, ਤੇ ਬ੍ਰਿਸ਼ ਦਾ ਬਹੁਤ ਵੱਡਾ ਵਿਸਥਾਰ ਹੁੰਦਾ, ਚਾਰੇ ਪਾਸੇ ਉਹਦੀਆਂ ਟਾਹਣੀਆਂ ਸ਼ਾਖਾਵਾਂ ਫੈਲੀਆਂ ਹੁੰਦੀਆਂ ਨੇ, ਬਹੁਤ ਵੱਡਾ ਉਹਦਾ ਫੈਲਾਅ ਹੁੰਦਾ ਬ੍ਰਿਸ਼ ਦਾ। ਮਾਨੋ ਬ੍ਰਿਸ਼ ਦੀ ਨਿਆਈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਜਿਹੜਾ ਉਹ ਬ੍ਰਿਸ਼ ਦੀ ਨਿਆਈ ਫੈਲਿਆ ਹੋਇਆ ਹੈ। ਆਲ ਬਾਲ ਸਤ ਸੰਗਤ ਸੋਹੀ। ਤੇ ਆਲੇ ਦੁਆਲੇ ਗੋਲ ਘੇਰਾ ਬੰਨ ਕੇ ਸਿੱਖ ਸੰਗਤਾਂ ਬੈਠੀਆਂ ਸ਼ੋਭ ਰਹੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਆਪਣੇ ਤਖਤਾਂ ਤੇ ਸੁਭਾਏਮਾਨ ਨੇ, ਜਿਸ ਤਰ੍ਹਾਂ ਹੁਣ ਵੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪਣੇ ਤਖਤਾਂ ਤੇ ਸੁਭਾਏਮਾਨ ਹਨ। ਆਪ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਆਲੇ ਦੁਆਲੇ ਬੈਠ ਕਰਕੇ ਸ਼ੋਭ ਰਹੇ ਹੋ। ਇਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਬੈਠੇ ਹੋਏ ਆਲੇ ਦੁਆਲੇ ਗੋਲ ਘੇਰਾ ਬੰਨ ਕੇ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਆਲੇ ਦੁਆਲੇ ਬੈਠੀਆਂ ਹਨ। ਸ਼ੁਭ ਗੁਣ ਗਨ ਦਲ ਸੰਕੁਲ ਸੋਹੀ। ਇਹ ਮਾਨੋ ਇਉਂ ਹੈ, ਇਹ ਜਿਹੜੀਆਂ ਸਿੱਖ ਸੰਗਤਾਂ ਗੋਲ ਘੇਰਾ ਬੰਨ ਕੇ ਬੈਠੀਆਂ ਨੇ, ਤੇ ਜਿਵੇਂ ਦਰਖਤ ਦੀਆਂ ਪੱਤੀਆਂ ਹਨ, ਪੱਤੇ ਹਨ, ਮਾਨੋ ਇਹ ਦਰਖਤ ਦੇ ਪੱਤੀਆਂ ਦੇ ਸਮਾਨ ਸ਼ੋਭ ਰਹੀਆਂ ਹਨ। ਵਿਸ਼ਯਨ ਤੇ ਵਿਰਾਗ ਜਿਸ ਛਾਇਆ। ਵਿਸ਼ੇ ਵਿਰਾਗਤਾ ਵੱਲੋਂ ਜਿਹੜੀ ਉਪਰਾਮਤਾ ਹੈ, ਮਾਨੋ ਉਹ ਛਾਂ ਦਾ ਕੰਮ ਕਰਦੀ ਹੈ। ਬ੍ਰਿਖ ਦੇ ਜਿਹੜੇ ਹੈ ਉਦਾਹਰਣ ਦੇ ਕਰਕੇ ਜਿਹੜਾ ਅਲੰਕਾਰ ਬਣ ਰਹੇ ਨੇ ਕਵੀ ਸੰਤੋਖ ਸਿੰਘ ਜੀ, ਕਹਿੰਦੇ ਜਿਵੇਂ ਬ੍ਰਿਸ਼ ਹੈ, ਤੇ ਬ੍ਰਿਸ਼ ਦੇ ਜਿਹੜੀ ਛਾਂ ਹੈ ਉਹ ਛਾਂ ਆਪਾਂ ਮੰਨਦੇ ਆ, ਤੇ ਜਿਹੜੇ ਵੈਰਾਗ ਹੈ ਸ਼ੈਨਾਂ ਦੀ ਜਿਹੜੀ ਛਾਂ ਮਾਨੋ ਇਹ ਛਾਂ ਦਾ ਕੰਮ ਕਰਦੀ ਹੈ। ਬ੍ਰਹਮ ਗਿਆਨੀ ਦੇਵਨ ਕੋ ਪਾਇਆ। ਤੇ ਜਿਹੜੇ ਬ੍ਰਹਮ ਗਿਆਨੀ ਮਤ ਦੇਵਤਿਆਂ ਸਮਾਨ ਹਨ, ਉਹਨਾਂ ਨੂੰ ਇਹ ਇਸ ਤਰ੍ਹਾਂ ਪਾਉਂਦਾ ਹੈ। ਸ਼੍ਰੀ ਸਤਿਗੁਰ
ਪਗ ਪੰਕਜ ਸੇਵਾ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਦ ਪੰਕਜ ਚਰਨਾਂ ਦੀ ਜੋ ਸੇਵਾ ਕਰਦੇ ਹਨ, ਚਰਨ ਕਮਲਾਂ ਦੀ ਸੇਵਾ ਵਿੱਚ ਜੁੜਦੇ ਹਨ, ਇਹੀ ਬੀਜ ਉਪਜਨ ਸ਼ੁਭ ਪੇਵਾ। ਮਾਨੋ ਇਹ ਸੇਵਾ ਕਰਦਿਆਂ ਜਿਹੜਾ ਫਲ ਪ੍ਰਾਪਤ ਹੁੰਦਾ ਹੈ, ਬੀਜ ਰੂਪੀ ਫਲ ਜਿਹੜਾ ਹੈ, ਸੇਵਾ ਕਰਦਿਆਂ ਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੀ ਸੇਵਾ ਦੇ ਵਿੱਚੋਂ ਬੀਜ ਦੇ ਸਮਾਨ ਹੈ ਜਿਹੜਾ ਫਲ ਪ੍ਰਾਪਤ ਹੁੰਦਾ ਹੈ। ਭਗਤੀ ਤੁਚਾ ਕਰਤ ਦ੍ਰਿੜ ਰਾਖਾ। ਤੇ ਜਿਹੜੀ ਛਿੱਲ ਹੈ ਦਰਖਤ ਦੀ, ਉਹ ਕੀ ਹੈ? ਹੁਣ ਇੱਥੇ ਭਗਤੀ ਰੂਪ ਜਿਹੜੀ ਛਿੱਲ ਹੈ ਉਹ ਦ੍ਰਿੜ ਹੋਈ, ਜਿਹੜੀ ਹਰ ਪ੍ਰਕਾਰ ਦੇ ਨਾਲ ਰੱਖਿਆ ਕਰਦੀ ਹੈ। ਜੈ ਕੈ ਸਿੱਖੀ ਦੀਰਗ ਸਾਖਾ। ਤੇ ਜਿੱਥੇ ਕਿਥੇ ਗੁਰੂ ਕੀ ਸਿੱਖੀ ਫੈਲੀ ਹੋਈ ਹੈ, ਮਾਨੋ ਉਹ ਇਸ ਦਰਖਤ ਦੀਆਂ ਸ਼ਾਖਾਵਾਂ ਹਨ। ਦਰਖਤ ਦੀਆਂ ਸ਼ਾਖਾਵਾਂ ਜਿਵੇਂ ਚਾਰੇ ਪਾਸੇ ਫੈਲਦੀਆਂ ਨੇ ਦੂਰ ਦੂਰ ਤੱਕ, ਤੇ ਗੁਰੂ ਕੀ ਸਿੱਖੀ ਦਾ ਜਿਹੜਾ ਵਿਸਥਾਰ ਹੋਇਆ, ਚਾਰੇ ਪਾਸੇ ਗੁਰੂ ਕੀ ਸਿੱਖੀ ਫੈਲੀ ਹੈ, ਮਾਨੋ ਇਹ ਇਸ ਦਰਖਤ ਦੀਆਂ ਸ਼ਾਖਾਵਾਂ ਦੇ ਸਮਾਨ ਹੈ। ਸਤ ਅਸਤ ਵਿਵੇਕ ਸ਼ੁਭ ਸੁਮਨਸ। ਜਿਹੜਾ ਸੱਤ ਤੇ ਅਸਤ ਹੈ, ਸੱਚ ਤੇ ਝੂਠ ਦੀ ਵਿਚਾਰ ਹੈ, ਗੁਰੂ ਦੀ ਸਤ ਸੰਗਤ ਵਿੱਚ ਜੁੜ ਕੇ ਸੱਤ ਤੇ ਅਸਤ ਦਾ ਨਿਰਣਾ ਨਾ, ਸੱਚ ਤੇ ਝੂਠ ਦੀ ਵਿਚਾਰ ਹੈ, ਇਹ ਮਾਨੋ ਫੁੱਲਾਂ ਦੇ ਸਮਾਨ ਹੈ। ਜਿਵੇਂ ਦਰਖਤ ਨੂੰ ਫੁੱਲ ਨਿਕਲਦੇ ਨੇ, ਮਾਨੋ ਇਹ ਫੁੱਲਾਂ ਦੇ ਸਮਾਨ ਹੈ। ਚਾਹਤ ਰਹਿਤ ਭਗਤ ਗਨ ਸੋ ਮਨਸ। ਤੇ ਇਸ ਪ੍ਰਕਾਰ ਦੇ ਨਾਲ ਜਿਹੜੇ ਗੁਰੂ ਕੇ ਸੇਵਕ ਹਨ, ਉਹ ਆਪਣੇ ਮਨ ਦੇ ਵਿੱਚ ਸਾਰੇ ਜਿਹੜੇ ਭਗਤ ਨੇ ਉਹ ਇਸ ਤਰ੍ਹਾਂ ਦੇ ਨਾਲ ਇਹ ਚਾਹੁੰਦੇ ਹਨ। ਜਾਚਕ ਸਿੱਖ ਅਨੇਕ ਜੇ ਆਵਤ। ਤੇ ਜਿੰਨੇ ਵੀ ਸਿੱਖ ਸੰਗਤਾਂ ਚੱਲ ਕੇ ਗੁਰੂ ਸਾਹਿਬ ਦੇ ਘਰ ਵਿੱਚ ਆਉਂਦੀਆਂ, ਸੇਵਾ ਕਰਦੀਆਂ, ਜਾਚਨਾ ਕਰਦੀਆਂ, ਜੋ ਵੀ ਮਨੋ ਕਾਮਨਾ ਲੈ ਕਰਕੇ ਆਉਂਦੀਆਂ, ਮਨੋ ਕਾਮਨਾ ਤਤ ਛਿਨ ਪਾਵਤ। ਸਤਿਗੁਰੂ ਪਾਤਸ਼ਾਹ ਜੀ ਤਤ ਛਿਨ ਬਿਨਾਂ ਦੇਰੀ ਕੀਤਿਆਂ ਆਈਆਂ ਹੋਈਆਂ ਸਿੱਖ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ। ਜਿਨ ਕੇ ਵੱਡੇ ਭਾਗ ਜਗ ਜਾਗੇ। ਜਿਨ੍ਹਾਂ ਦੇ ਵੱਡੇ ਭਾਗ ਇਸ ਜਗਤ ਦੇ ਵਿੱਚ ਜਾਗੇ ਹਨ, ਜਿਹੜੇ ਵੱਡਿਆਂ ਭਾਗਾਂ ਵਾਲੇ ਹਨ, ਸੋ ਗੁਰ ਸੁਰ ਤਰਵਰ ਅਨੁਰਾਗੇ। ਉਹ ਕਲਪ ਬ੍ਰਿਸ਼ ਤਰਵਰ ਜਿਹੜਾ ਰੁੱਖ ਗੁਰੂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਆ ਕੇ ਜੁੜਦੇ ਹਨ। ਕੋਸ਼ ਅਤੋਟ ਦੇਤ ਨਿਤਰੈ। ਤੇ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਇਸ ਭਾਵਨਾ ਨਾਲ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਉਂਦੀਆਂ, ਆਈਆਂ ਹੋਈਆਂ ਸੰਗਤਾਂ ਨੂੰ ਅਟੁੱਟ ਭੰਡਾਰ ਦੀ ਬਖਸ਼ਿਸ਼ ਕਰਦੇ, ਜਿਨ੍ਹਾਂ ਵਿੱਚ ਕਦੇ ਟੋਟਾ ਨਹੀਂ ਆਉਂਦਾ, ਅਟੁੱਟ ਭੰਡਾਰ ਬਖਸ਼ਦੇ ਹਨ। ਦੋਨੋਂ ਹਾਥਨ ਬਾਟਤ ਅਹੀਂ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੋਵੇਂ ਹੱਥਾਂ ਦੇ ਨਾਲ ਬਖਸ਼ਿਸ਼ਾਂ ਕਰਦੇ, ਦੋਵੇਂ ਹੱਥਾਂ ਦੇ ਨਾਲ ਭੰਡਾਰੇ ਬਖਸ਼ਦੇ ਹਨ। ਜਗਤ ਬਿਦਤ ਅਜ਼ਮਤ ਕੇ ਦਾਤਾ। ਸੰਸਾਰ ਦੇ ਵਿੱਚ ਗੁਰੂ ਸਾਹਿਬ ਜੀ ਇਉਂ ਬਿਦਤ ਨੇ, ਪ੍ਰਗਟ ਨੇ ਕਿ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਸਰਬ ਸ਼ਕਤੀਆਂ ਜਿਹੜੀਆਂ ਧਾਰਨ ਕੀਤੀਆਂ, ਬੜੀ ਅਜ਼ਮਤ ਹੈ, ਜਿਨ੍ਹਾਂ ਦੇ ਕੋਲ ਸਾਰੀਆਂ ਦਾਤਾਂ ਹਨ, ਜਿਹੜੇ ਸਾਰੀਆਂ ਦਾਤਾਂ ਬਖਸ਼ਦੇ ਹਨ ਆਪਣਿਆਂ ਗੁਰਸਿੱਖਾਂ ਨੂੰ। ਭੁਗਤ ਮੁਕਤ ਲੈ ਜਿਨੋ ਪਛਾਤਾ। ਤੇ ਜਿਹੜੇ ਭੁਗਤੇ ਤੇ ਜਿਨ੍ਹਾਂ ਨੇ ਗੁਰੂ ਦੀ ਪਛਾਣ ਕਰ ਲਈ, ਜਿਨ੍ਹਾਂ ਨੇ ਗੁਰੂ ਨੂੰ ਜਾਣ ਲਿਆ, ਜਿਨ੍ਹਾਂ ਨੇ ਗੁਰੂ ਨੂੰ ਪਛਾਣ ਲਿਆ, ਉਹਨਾਂ ਤੇ ਗੁਰੂ ਸਾਹਿਬ ਰਹਿਮਤ ਕਰਦੇ, ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ, ਭੁਗਤ ਮੁਕਤ ਨੂੰ ਪ੍ਰਾਪਤ ਕਰ ਲੈਂਦੇ ਹਨ, ਜਿਨ੍ਹਾਂ ਨੇ ਗੁਰੂ ਨੂੰ ਜਾਣਨਾ ਕੀਤਾ। ਅਧਿਕ ਕਿਰਪਾਲ ਨਾ ਦੁੱਖ ਦਿਖ ਸਕਈ। ਸਤਿਗੁਰੂ ਕਿਰਪਾਲੂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਐਸਾ ਸੁਭਾਅ ਸੀ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਿਸੇ ਨੂੰ ਵੀ ਦੁਖੀ ਨਹੀਂ ਸਨ ਵੇਖ ਸਕਦੇ। ਕਿਸੇ ਦਾ ਵੀ ਕੋਈ ਦੁੱਖ ਵੇਖਣਾ ਤੇ ਝਟ ਉਸੇ ਵੇਲੇ ਮਨ ਪਸੀਜ ਜਾਣਾ, ਮਨ ਅੰਦਰ ਦਇਆ ਆ ਜਾਣੀ, ਕਰੁਣਾ ਆ ਜਾਣੀ। ਸਤਿਗੁਰੂ ਕਿਰਪਾਲੂ ਸਤਿਗੁਰੂ ਪਾਤਸ਼ਾਹ ਜੀ ਕਿਸੇ ਦਾ ਵੀ ਜਿਹੜਾ ਦੁੱਖ ਉਹ ਵੇਖ ਨਹੀਂ ਸਕਦੇ। ਸੰਸੈ ਨਾਸ਼ੀ ਜਿਸ ਦਿਸ਼ ਤੱਕਈ। ਤੇ ਜਿਸ ਪਾਸੇ ਵੱਲ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਤੱਕਦੇ, ਆਪਣੀ ਦ੍ਰਿਸ਼ਟੀ ਪਾਉਂਦੇ ਨੇ, ਉਹਨਾਂ ਪਾਸਿਆਂ ਤੋਂ ਸਾਰੇ ਜਿਹੜੇ ਸੰਸੇ ਨੇ, ਝੋਰੇ ਨੇ, ਉਹ ਨਸ ਜਾਂਦੇ, ਉਹ ਖਤਮ ਹੋ ਜਾਂਦੇ ਹਨ। ਕੌਣ ਕੌਣ ਗੁਣ ਵਰਣਨ ਕਰੋ। ਕਿਹੜੇ ਕਿਹੜੇ ਗੁਣ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ।
ਗੁਰੂ ਪਾਤਸ਼ਾਹ ਜੀ ਦੇ ਕਵੀ ਸੰਤੋਖ ਸਿੰਘ ਲਿਖਦੇ ਨੇ, ਕਿਹੜੇ ਕਿਹੜੇ ਗੁਣ ਬਿਆਨ ਕਰਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਿੱਚ ਬਿਆੰਤ ਗੁਣ ਨੇ, ਉਹ ਗੁਣ ਮੇਰੇ ਕੋਲੋਂ ਵਰਣਨ ਨਹੀਂ ਹੋ ਸਕਦੇ। ਕਿਹੜੇ ਕੁੜ ਗੁਣ ਉਹਨਾਂ ਦੇ ਬਿਆਨ ਕਰਕੇ ਦੱਸਣਾ ਕਰੀਏ। ਸੋ ਜਸ ਵਿਸਾਲ ਬੁੱਧ ਲਘੂ ਤਰੋਂ। ਤੇ ਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਿਸ਼ਾਲ ਸ੍ਰੇਸ਼ਟ ਜਸ ਹੈ ਤੇ ਮੇਰੀ ਮਤ ਥੋੜੀ ਹੈ। ਇਹ ਛੋਟੀ ਮਤ ਦੇ ਨਾਲ ਮੈਂ ਗੁਰੂ ਸਾਹਿਬ ਜੀ ਦਾ ਵਿਸ਼ਾਲ ਜਿਹੜਾ ਜਸ ਉਹ ਵਰਣਨ ਕਰਕੇ ਨਹੀਂ ਦੱਸ ਸਕਦਾ। ਬਨੇ ਬੰਦਨਾ ਪਦ ਅਰਬਿੰਦਾ। ਇੱਥੇ ਤਾਂ ਕੇਵਲ ਧੰਨ ਗੁਰੂ ਪਾਤਸ਼ਾਹ ਜੀ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੰਦਨਾ ਕਰਨਾ ਹੀ ਬਣ ਆਉਂਦੀ ਹੈ। ਉਹਨਾਂ ਦੇ ਗੁਣ ਵਰਣਨ ਨਹੀਂ ਕੀਤੇ ਜਾ ਸਕਦੇ, ਗੁਰੂ ਸਾਹਿਬ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਕੇਵਲ ਗੁਰੂ ਪਾਤਸ਼ਾਹ ਜੀ ਨੂੰ ਬੰਦਨਾ ਕਰਨਾ ਹੀ ਬਣ ਆਉਂਦੀ ਹੈ। ਬੰਸ ਪ੍ਰਕਾਸ਼ਕ ਚੰਦ ਮਨਿੰਦਾ। ਜਿਨ੍ਹਾਂ ਦਾ ਵੰਸ਼ ਮਾਨੋ ਚੰਦਰਮਾ ਦੇ ਪ੍ਰਕਾਸ਼ ਵਾਂਗ ਸ਼ੋਭ ਰਿਹਾ ਹੈ। ਧਰ ਪ੍ਰਤੀਤ ਜਿਕਾਰ ਕਮਾਵੇ। ਤੇ ਜਿਹੜੇ ਗੁਰੂ ਕੇ ਸਿੱਖ ਹਿਰਦੇ ਦੇ ਅੰਦਰ ਪ੍ਰਤੀਤ ਰੱਖ ਕੇ, ਭਰੋਸਾ ਰੱਖ ਕੇ ਸੇਵਾ ਕਰਦੇ ਹਨ, ਭੁਗਤ ਯਾਰ ਮੁਕਤ ਮਜੂਰੀ ਪਾਵੇ। ਉਹਨਾਂ ਨੂੰ ਮਜ਼ਦੂਰੀ ਦੇ ਵਜੋਂ ਕੀ ਪ੍ਰਾਪਤ ਹੁੰਦਾ ਹੈ? ਭੁਗਤੀ ਤੇ ਮੁਕਤੀ ਮਿਲਦੀ ਹੈ। ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ। ਮਜ਼ਦੂਰੀ ਵਜੋਂ ਗੁਰੂ ਕੀ ਸੇਵਾ ਕਰਦੇ ਆ, ਜਿਹੜੇ ਪ੍ਰੇਮ ਰੱਖ ਕੇ, ਸ਼ਰਧਾ ਰੱਖ ਕੇ ਸੇਵਾ ਕਰਦੇ, ਮਾਨੋ ਮਜ਼ਦੂਰੀ ਦੇ ਵਿੱਚ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਅਸ ਸਤਿਗੁਰ ਜਿਨ ਸੇਵਿਓ ਨਾਹੀ। ਐਸੇ ਸਤਿਗੁਰੂ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਐਸੇ ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ, ਜਿਨ੍ਹਾਂ ਦੀ ਸੇਵਾ ਕੀਤਿਆਂ ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ, ਜਿਨ੍ਹਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਜੀਵ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਜਿਨ੍ਹਾਂ ਨੇ ਐਸੇ ਗੁਰੂ ਸਾਹਿਬ ਦੀ ਸੇਵਾ ਨਹੀਂ ਕੀਤੀ, ਗੁਰੂ ਸਾਹਿਬ ਨੂੰ ਸੇਵਿਆ ਨਹੀਂ ਹੈ। ਜਨਮ ਬਾਦ ਤਿਨ ਕੋ ਜਗ ਮਾਏ। ਕਹਿੰਦੇ ਉਹਨਾਂ ਨੇ ਜਿਹੜਾ ਜਨਮ ਵਿਅਰਥ ਗਵਾ ਲਿਆ ਇਸ ਸੰਸਾਰ ਦੇ ਅੰਦਰ, ਮਾਨੋ ਉਹਨਾਂ ਦਾ ਆਉਣਾ ਇਸ ਸੰਸਾਰ ਤੇ ਤਰਕਾਰ ਹੈ। ਉਹਨਾਂ ਨੇ ਆਪਣਾ ਜਨਮ ਵਿਅਰਥ ਗਵਾ ਲਿਆ ਜਿਨੇ ਐਸੇ ਗੁਰੂ ਸਾਹਿਬ ਦੀ ਸੇਵਾ ਨਹੀਂ ਕੀਤੀ। ਏਕ ਪਲਕ ਮੈਂ ਕਰੇ ਨਿਹਾਲ। ਕੋਟ ਜਨਮ ਕੋ ਕਾਟੇ ਕਾਲ। ਇੱਕ ਪਲਕ ਮੈਂ, ਤਤ ਛਿਣ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਜਦੋਂ ਦ੍ਰਿਸ਼ਟੀ ਪਾਉਂਦੇ, ਕਿਰਪਾ ਕਰਕੇ ਤੱਕਦੇ ਤੇ ਨਿਹਾਲ ਨਿਹਾਲ ਕਰ ਦਿੰਦੇ। ਕਰੋੜਾਂ ਜਨਮਾਂ ਦੇ ਜਿਹੜੇ ਕਾਟ ਨੇ, ਕਾਲ ਹੈ, ਜਮਾਂ ਦੀ ਫਾਈ ਹੈ, ਉਹ ਸਤਿਗੁਰੂ ਪਾਤਸ਼ਾਹ ਜੀ ਕੱਟ ਦਿੰਦੇ ਹਨ। ਅਲਪ ਸੇਵ ਤੇ ਪਰਮ ਪ੍ਰਸੰਨ। ਬਹੁਤ ਥੋੜੀ ਸੇਵਾ ਤੋਂ ਵੀ, ਕੋਈ ਥੋੜੀ ਸੇਵਾ ਕਰਦਾ ਹੈ ਨਾ, ਥੋੜੀ ਸੇਵਾ ਤੋਂ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅਤੀ ਪ੍ਰਸੰਨ, ਬਹੁਤੇ ਪ੍ਰਸੰਨ ਹੁੰਦੇ ਹਨ। ਕਰਤ ਸੁਰਨ ਤੇ ਭੀ ਵੱਡ ਧਨ। ਤੇ ਦੇਵਤਿਆਂ ਤੋਂ ਵੀ ਵਧੇਕ ਉਹਦਾ ਜੀਵਨ ਧਨਤਾ ਦੇ ਯੋਗ ਬਣਾ ਦਿੰਦੇ। ਜਿਹੜੇ ਥੋੜੀ ਵੀ ਸੇਵਾ ਗੁਰੂ ਘਰ ਵਿੱਚ ਆ ਕੇ ਪ੍ਰੇਮ ਭਾਵਨਾ ਸ਼ਰਧਾ ਰੱਖ ਕੇ ਕਰਦਾ, ਵੇਖੋ ਕਿਤਨੀ ਸੇਵਾ ਦੀ ਮਹਾਨਤਾ ਹੈ, ਕਿੰਨੀ ਮਹਿਮਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਭਾਵੇਂ ਕੋਈ ਥੋੜੀ ਵੀ ਸੇਵਾ ਕਰਦਾ ਤੇ ਸਤਿਗੁਰੂ ਪਾਤਸ਼ਾਹ ਦੇਵਤਿਆਂ ਤੋਂ ਵੀ ਵਧੇਕ ਉਹਦਾ ਜੀਵਨ ਧਨਤਾ ਦੇ ਯੋਗ ਬਣਾ ਦਿੰਦੇ ਹਨ। ਹਮ ਤੇ ਹੋਵੇ ਸਿੱਖ ਪਛਾਤੀ। ਤੇ ਗੁਰੂ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਸਾਡੇ ਤੋਂ ਬਾਅਦ ਜਿਹੜੇ ਸਿੱਖ ਹੋਣਗੇ, ਤਿਨ ਕੀ ਪ੍ਰੀਤ ਅਗਾਊ ਜਾਤੀ। ਉਹਨਾਂ ਦੀ ਜਿਹੜੀ ਪ੍ਰੀਤ ਹੈ, ਪ੍ਰੇਮ ਹੈ, ਉਹ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਹੀ ਜਾਣ ਲਈ ਹੈ। ਪ੍ਰਾਪਤ ਹੋਏ ਕਲਿਆਣ ਮਹਾਨ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਸ ਸਥਾਨ ਤੇ ਜਦੋਂ ਆਉਣਗੇ, ਤੀਰਥ ਸਥਾਨ ਤੇ, ਉਹਨਾਂ ਨੂੰ ਕਲਿਆਣ, ਉਹਨਾਂ ਦੀ ਕਲਿਆਣ ਹੋਵੇਗੀ, ਮੁਕਤੀ ਨੂੰ ਪ੍ਰਾਪਤ ਹੋਣਗੇ। ਤਿਨ ਹਿਤ ਬਾਪੀ ਰਚੀ ਸੁਜਾਨ। ਤਿੰਨਾਂ ਸਿੱਖ ਸੰਗਤਾਂ ਦੇ ਸੇਵਕਾਂ ਦੇ ਹਿੱਤ ਜਾਣ ਕੇ ਭਲੇ ਹਿੱਤ ਇਹ ਬੌਲੀ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਤਿਆਰ ਕਰਵਾਈ ਹੈ। ਚੌ ਯੁਗ ਮੈਂ ਗੁਰ ਸਮਿ ਉਪਕਾਰੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਚਾਰੇ ਯੁੱਗਾਂ ਦੇ ਵਿੱਚ ਗੁਰੂ ਦੇ ਸਮਾਨ ਇਹ ਪਰਉਪਕਾਰੀ ਹੋਵੇਗੀ ਬੌਲੀ। ਇਹ ਤੀਰਥ ਸਥਾਨ ਜਿਹੜਾ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਜੀ ਨੇ ਜਿਹੜਾ ਤੀਰਥ ਸਥਾਨ ਰਚਿਆ, ਬੌਲੀ ਸਾਹਿਬ ਰਚੀ ਹੈ,
ਇਹਦੇ ਬਾਬਤ ਗੁਰੂ ਸਾਹਿਬ ਕਹਿੰਦੇ ਜਿਵੇਂ ਚਾਰੇ ਯੁੱਗਾਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨਗੇ, ਉਸੇ ਤਰ੍ਹਾਂ ਚਾਰੇ ਯੁੱਗਾਂ ਦੇ ਵਿੱਚ ਮਾਨੋ ਇਹ ਤੀਰਥ ਸਥਾਨ ਇਹ ਬੌਲੀ ਪਰਉਪਕਾਰੀ ਹੋਵੇਗੀ। ਸੁਨਿਓ ਨਹੀਂ ਨੈ ਕਿਨਹੋ ਉਚਾਰੀ। ਪਹਿਲਾਂ ਕਿਸੇ ਨੇ ਵੀ ਇਸ ਤਰ੍ਹਾਂ ਸੁਣਿਆ ਨਹੀਂ, ਨਾ ਹੀ ਕਿਸੇ ਨੇ ਇਸ ਤਰ੍ਹਾਂ ਨਾਲ ਉਚਾਰਨ ਕੀਤਾ ਹੈ। ਅਸ ਗੁਰ ਕੋ ਸਿਮਰੇ ਜੇ ਨਾਈ। ਐਸੇ ਗੁਰੂ ਨੂੰ ਜੇ ਕੋਈ ਨਹੀਂ ਸਿਮਰਦਾ, ਜਿਹੜੇ ਐਸੇ ਪਰਉਪਕਾਰੀ ਸਤਿਗੁਰੂ ਨੇ, ਐਸੇ ਗੁਰੂ ਸਾਹਿਬ ਨੂੰ ਜੇਕਰ ਕੋਈ ਨਹੀਂ ਸਿਮਰਦਾ, ਤਿਨ ਸਮ ਟੋਟਾ ਨੈ ਜਗ ਮਾਈ। ਕਹਿਣ ਲੱਗੇ ਉਹਦੇ ਤੋਂ ਵੱਡਾ ਦੁਨੀਆ ਦੇ ਅੰਦਰ ਕਿਸੇ ਨੂੰ ਹੋਰ ਕੀ ਘਾਟਾ ਹੋ ਸਕਦਾ ਹੈ। ਮਾਨੋ ਜਿਹਨੇ ਜਗਤ ਵਿੱਚ ਆ ਕਰਕੇ ਮਨੁੱਖਾ ਜੀਵਨ ਪਾ ਕੇ ਗੁਰੂ ਸਾਹਿਬ ਨੂੰ ਸਿਮਰਿਆ ਹੀ ਨਹੀਂ, ਸੇਵਿਆ ਹੀ ਨਹੀਂ, ਤੇ ਐਸੇ ਜੀਵ ਨੂੰ ਸੰਸਾਰ ਦੇ ਅੰਦਰ ਸਦਾ ਹੀ ਬਹੁਤ ਵੱਡਾ ਘਾਟਾ, ਉਹਦੇ ਸਮਾਨ ਕੋਈ ਹੋਰ ਘਾਟਾ ਨਹੀਂ ਹੈ। ਕਰੇ ਬਾਪਿਕਾ ਟੈਲ ਵਿਸਾਲਾ। ਇਸ ਤਰ੍ਹਾਂ ਦੇ ਨਾਲ ਬੌਲੀ ਸਾਹਿਬ ਦੀ ਜਿਹੜੀ ਟਹਿਲ ਸੇਵਾ ਕਾਰ ਸੇਵਾ ਬੜੀ ਭਾਵਨਾ ਨਾਲ ਸਿੱਖ ਸੰਗਤਾਂ ਕਰਦੀਆਂ। ਤਰੇ ਚੌਂਪ ਚਿਤ ਜੇ ਸਿੱਖ ਜਾਲਾ। ਤੇ ਜਿਹੜੇ ਸਿੱਖ ਜੰਜਾਲਾਂ ਵਿੱਚ ਫਸੇ ਹੋਏ, ਸੰਸਾਰ ਦੇ ਕਾਰ ਵਿਹਾਰ ਵਿੱਚ, ਪਰਿਵਾਰਕ ਧੰਦਿਆਂ ਵਿੱਚ ਫਸੇ ਹੋਏ, ਉਹ ਜਦੋਂ ਸੇਵਾ ਦੇ ਬਾਬਤ ਸੁਣਦੇ ਤੇ ਉਹਨਾਂ ਦੇ ਮਨਾਂ ਅੰਦਰ ਵੀ ਚਾਅ ਪੈਦਾ ਹੁੰਦਾ ਸੇਵਾ ਕਰਨ ਦਾ। ਉਹਨਾਂ ਦਾ ਵੀ ਮਨ ਕਰਦਾ ਕਿ ਗੁਰੂ ਸਾਹਿਬ ਦੀ ਜਾ ਕੇ ਸੇਵਾ ਕਰੀਏ। ਉਹਨਾਂ ਦੇ ਹਿਰਦਿਆਂ ਵਿੱਚ ਵੀ ਇਹ ਭਾਵਨਾ ਬਣਦੀ ਹੈ। ਜੰਜਾਲਾਂ ਵਿੱਚ ਫਸੇ ਹੋਏ ਸਿੱਖ ਵੀ ਚੱਲ ਕਰਕੇ ਆ ਕੇ ਗੁਰੂ ਕੀ ਸੇਵਾ ਕਰਨ ਦੇ ਇਸ ਭਾਵਨਾ ਲੈ ਕਰਕੇ ਆਉਂਦੇ। ਬਹੁਤ ਨਰਨ ਕੀ ਹੋਏ ਨਿਤ ਭੀਰ। ਬਹੁਤ ਵੱਡੀ ਗਿਣਤੀ ਦੇ ਵਿੱਚ ਮਨੁੱਖਾਂ ਦੀ ਇੱਥੇ ਭੀੜ ਲੱਗੀ ਰਹਿੰਦੀ। ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਚੱਲ ਕੇ ਸਿੱਖ ਸੰਗਤਾਂ ਆਉਂਦੀਆਂ ਸੇਵਾ ਕਰਨ ਲਈ। ਦੇਗ ਵਿਖੇ ਅਚ ਭੋਜਨ ਨੀਰ। ਤੇ ਹਰ ਰੋਜ਼ ਦੇਗਾਂ ਤਿਆਰ ਹੁੰਦੀਆਂ, ਲੰਗਰ ਤਿਆਰ ਹੁੰਦੇ ਤੇ ਲੰਗਰ ਦੇ ਵਿੱਚੋਂ ਸਾਰੇ ਭੋਜਨ ਛਕਦੇ ਹਨ। ਪਾਕ ਸਿੱਧ ਸਿੱਖ ਬਹੁਤੇ ਕਰੇ। ਬਹੁਤੇ ਸਿੱਖ ਮਿਲ ਕੇ ਹਰ ਰੋਜ਼ ਲੰਗਰ ਤਿਆਰ ਕਰਦੇ, ਕਿਉਂਕਿ ਵੱਡੀ ਗਿਣਤੀ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਉਂਦੀਆਂ ਸੇਵਾ ਕਰਨ ਲਈ। ਤੇ ਇਹਨਾਂ ਸੰਗਤਾਂ ਲਈ ਫਿਰ ਲੰਗਰ ਵੀ ਵੱਡੀ ਗਿਣਤੀ ਵਿੱਚ ਤਿਆਰ ਹੁੰਦਾ, ਵੱਡੀਆਂ ਦੇਗਾਂ ਤਿਆਰ ਕੀਤੀਆਂ ਜਾਂਦੀਆਂ ਤੇ ਕਈ ਵੱਡੀ ਗਿਣਤੀ ਵਿੱਚ ਸਿੱਖ ਮਿਲ ਕੇ ਇਹ ਲੰਗਰ ਤਿਆਰ ਕਰਦੇ। ਅੰਨ ਅਨੇਕ ਆਨ ਕਰ ਤਰੇ। ਤੇ ਕਈ ਸਿੱਖ ਜਿਹੜੇ ਨੇ ਉਹ ਅਨਾਜ ਲੈ ਕੇ ਆਉਂਦੇ, ਅੰਨ ਆਦਿਕ ਲੈ ਕੇ ਗੁਰੂ ਕੀ ਸੇਵਾ ਵਿੱਚ ਹਾਜ਼ਰ ਹੁੰਦੇ। ਪ੍ਰਾਤ ਹੇਤ ਨਿਤ ਰਾਖੇ ਨਾਈ। ਤੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਵਾਜ਼ੇ ਤੇ ਅਨਾਜ ਨਾਲ ਗੱਡੇ ਭਰੇ ਹਰ ਵੇਲੇ ਖੜੇ ਰਹਿੰਦੇ, ਤੇ ਉਹਦੇ ਵਿੱਚੋਂ ਕਿੰਨਾ ਅਨਾਜ ਲੈਂਦੇ, ਜਿੰਨਾ ਇੱਕ ਦਿਨ ਵਿੱਚ ਵਰਤ ਜਾਏ। ਦੂਜੇ ਦਿਨ ਵਿੱਚ ਇਹ ਖਿਆਲ ਨਹੀਂ ਰੱਖਣਾ ਕਿ ਦੂਜੇ ਦਿਨ ਵੀ ਰੱਖ ਲਈਏ। ਜਿੰਨਾ ਇੱਕ ਦਿਨ ਦੇ ਵਿੱਚ ਅਨਾਜ ਲੱਗਣਾ ਹੈ, ਲੰਗਰ ਵਿੱਚ ਲੋੜ ਹੈ, ਉਨਾ ਹੀ ਅਨਾਜ ਜਿਹੜਾ ਉਹ ਲਿਆ ਜਾਂਦਾ, ਵਰਤਿਆ ਜਾਂਦਾ। ਲੇਹ ਤਿਤਕ ਜੇ ਤਕ ਨਰ ਖਾਈ। ਤੇ ਜਿਹੜੇ ਵੱਡੇ ਗਿਣਤੀ ਵਿੱਚ ਸਿੱਖ ਸੰਗਤਾਂ ਪਹੁੰਚਦੀਆਂ ਤੇ ਸਾਰੇ ਲੰਗਰ ਦੇ ਵਿੱਚੋਂ ਲੈ ਕਰਕੇ ਭੋਜਨ ਛਕਦੇ ਹਨ। ਭੋਜਨ ਹੋਏ ਹਜ਼ਾਰਨ ਕੇਰਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਭੋਜਨ ਛਕਦੀਆਂ, ਵੱਡੀਆਂ ਵੱਡੀਆਂ ਦੇਗਾਂ ਲੰਗਰ ਦੀਆਂ ਤਿਆਰ ਕੀਤੀਆਂ ਜਾਂਦੀਆਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਭੋਜਨ ਛਕਦੀਆਂ ਹਨ। ਦੇਹ ਸਬਨ ਪਰ ਆਪ ਨਾ ਹੀਰਾ। ਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਜਿੱਥੇ ਸਾਰਿਆਂ ਦੇ ਵਿੱਚ ਆ ਕਰਕੇ ਜਿੱਥੇ ਸਿੱਖ ਸੰਗਤਾਂ ਭੋਜਨ ਛਕਦੀਆਂ ਨੇ, ਸਾਰੀ ਵੱਡੇ ਗਿਣਤੀ ਵਿੱਚ ਸੰਗਤ ਜੁੜ ਕਰਕੇ ਭੋਜਨ ਛਕਦੀ ਹੈ, ਤੇ ਇੱਥੇ ਭੋਜਨ ਛਕਣ ਲੱਗਿਆਂ ਆਪਣਾ ਪਰਾਇਆ ਨਹੀਂ ਵੇਖਿਆ ਜਾਂਦਾ। ਗੁਰੂ ਨਾਨਕ ਦਾ ਘਰ ਐਸਾ ਹੈ ਜਿੱਥੇ ਪੰਗਤ ਵਿੱਚ ਬੈਠ ਕੇ ਜਦੋਂ ਲੰਗਰ ਵਰਤਦਾ ਹੈ ਤੇ ਉਹ ਲੰਗਰ ਵਰਤਾਉਂਦੇ ਆ, ਆਪਣੇ ਪਰਾਏ ਨੂੰ ਨਹੀਂ ਵੇਖਿਆ ਜਾਂਦਾ ਕਿ ਇਹ ਮੇਰਾ ਆਪਣਾ ਤੇ ਇਹ ਪਰਾਇਆ ਹੈ। ਇੱਥੇ ਜਾਤ ਪਾਤ ਨਹੀਂ ਪਰਖੀ ਜਾਂਦੀ, ਇੱਥੇ ਉੱਚਾ ਨੀਵਾਂ ਨਹੀਂ ਵੇਖਿਆ ਜਾਂਦਾ, ਇੱਥੇ ਅਮੀਰ ਗਰੀਬ ਦੀ ਪਰਖ ਨਹੀਂ ਕੀਤੀ ਜਾਂਦੀ। ਇੱਕ ਸਮਾਨ ਵਰਤਾਰਾ ਵਰਤਦਾ ਹੈ, ਇੱਕ ਸਮਾਨ ਸਾਰਿਆਂ ਨੂੰ ਭੋਜਨ ਪਰੋਸਿਆ ਜਾਂਦਾ ਹੈ। ਗੁਰੂ ਨਾਨਕ ਦਾ ਘਰ ਹੈ, ਇੱਥੇ ਕਿਸੇ ਨੂੰ ਵੀ ਪਰਾਇਆ ਜਾਂ ਆਪਣਾ ਕਰਕੇ ਨਹੀਂ ਵੇਖਿਆ ਜਾਂਦਾ। ਪ੍ਰਥਮ ਸਤਿਗੁਰੂ ਪੰਕਤ ਲਾਏ। ਹੁਣ ਜਦੋਂ ਭੋਜਨ ਤਿਆਰ ਹੁੰਦਾ, ਲੰਗਰ ਤਿਆਰ ਹੋ ਜਾਂਦਾ, ਰਸੋਈਆ ਚੱਲ ਕੇ ਆਉਂਦਾ, ਗੁਰੂ ਸਾਹਿਬ ਜੀ ਨੂੰ ਪਾਤਸ਼ਾਹ ਜੀ ਉਹ ਲੰਗਰ ਤਿਆਰ ਹੋ ਗਿਆ, ਆਪ ਜੀ ਕਿਰਪਾ ਕਰਕੇ ਛਕੋ।
ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਬੈਠਦੇ ਪੰਗਤ ਲਾਉਂਦੇ ਹਨ ਲਵਨ ਬਹੀਨ ਓਗਰਾ ਖਾਏ ਤੇ ਸਤਿਗੁਰੂ ਪਾਤਸ਼ਾਹ ਜੀ ਬਿਨਾਂ ਨਮਕ ਤੋਂ ਜਿਹੜਾ ਦਲੀਆ ਹੈ ਉਹ ਛਕਦੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਭੋਜਨ ਕੀ ਹੈ? ਬਿਨਾਂ ਨਮਕ ਤੋਂ ਜਿਹੜਾ ਦਲੀਆ ਤਿਆਰ ਹੁੰਦਾ ਉਹ ਗੁਰੂ ਸਾਹਿਬ ਜੀ ਆਪਣੇ ਲਈ ਛਕਦੇ ਹਨ। ਸੰਗਤ ਕੋ ਆਹਾਰ ਸਭ ਭਾਂਤ ਤੇ ਸਿੱਖ ਸੰਗਤਾਂ ਦੇ ਵਿੱਚ ਅਨੇਕ ਪ੍ਰਕਾਰ ਦਾ ਲੰਗਰ ਜਿਹੜਾ ਤਿਆਰ ਹੁੰਦਾ ਉਹ ਵਰਤਾਇਆ ਜਾਂਦਾ। ਗੁਰੂ ਸਾਹਿਬ ਕੇਵਲ ਆਪ ਬਿਨਾਂ ਨਮਕ ਤੋਂ ਦਲੀਆ ਹੀ ਛਕਦੇ ਤੇ ਸਿੱਖ ਸੰਗਤਾਂ ਦੇ ਵਿੱਚ ਬੇਅੰਤ ਪ੍ਰਕਾਰ ਦੇ ਪਦਾਰਥ ਬਣਦੇ। ਲੰਗਰਾਂ ਵਿੱਚ ਉਹ ਜਿਹੜੇ ਸਾਰੇ ਪਦਾਰਥ ਬਣਦੇ ਅਨੇਕ ਪ੍ਰਕਾਰ ਦੇ ਨਾਲ ਸੰਗਤਾਂ ਨੂੰ ਉਹ ਭੋਜਨ ਛਕਾਇਆ ਜਾਂਦਾ ਹੈ। ਸਵਾਦ ਸਰਸ ਹੋਏ ਪੈਤ ਅਰ ਭਾਤ ਤੇ ਰਸ ਦੇ ਸਾਹਿਤ ਜਿਹੜਾ ਚਾਵਲ ਹਨ, ਦਾਲ ਹੈ, ਉਹ ਸਿੱਖ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ। ਸਿੱਖ ਸੰਗਤਾਂ ਨੂੰ ਛਕਾਇਆ ਜਾਂਦਾ ਇਹ ਭੋਜਨ। ਅਪਰ ਸਲਵਣ ਅਨੇਕ ਪ੍ਰਕਾਰ ਤੇ ਹੋਰ ਬੜੇ ਜਿਹੜੇ ਸਬਜ਼ੀਆਂ ਨੇ, ਜਿੱਥੇ ਦਾਲ ਚੌਲ ਬਣਦੇ ਉੱਥੇ ਹਰ ਰੋਜ਼ ਬਦਲ ਕੇ ਕਈ ਤਰ੍ਹਾਂ ਦੀਆਂ ਕਈ ਵੰਨਗੀਆਂ ਦੀਆਂ ਜਿਹੜੀਆਂ ਸਬਜ਼ੀਆਂ ਉਹ ਲੰਗਰ ਵਿੱਚ ਤਿਆਰ ਕੀਤੀਆਂ ਜਾਂਦੀਆਂ। ਗੋ ਧੂਮ ਚੂਨ ਪਕਾਏ ਆਹਾਰਾ ਕਣਕ ਦੇ ਆਟੇ ਦਾ ਜਿਹੜਾ ਹੈ ਉਹ ਪ੍ਰਸ਼ਾਦਾ ਪਕਾਇਆ ਜਾਂਦਾ। ਕਣਕ ਦੇ ਆਟੇ ਤੋਂ ਜਿਹੜਾ ਹੈ ਉਹ ਪ੍ਰਸ਼ਾਦਾ ਜਿਹੜਾ ਉਹ ਪਕਾਇਆ ਜਾਂਦਾ ਹੈ ਲੰਗਰ ਦੇ ਵਿੱਚ। ਸੁੰਦਰ ਮధుਰ ਬਣਾਵੇ ਕਿਤੋ ਤੇ ਹਰ ਰੋਜ਼ ਬਹੁਤ ਮਿੱਠੇ ਪਕਵਾਨ ਵੀ ਬਣਦੇ। ਜਿੱਥੇ ਦਾਲ ਚੌਲ ਬਣਦੀ ਹੈ, ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਬਣਦੀਆਂ ਨੇ, ਉੱਥੇ ਨਾਲ ਹੀ ਜਿਹੜਾ ਮਿੱਠਾ ਪਕਵਾਨ ਹੈ ਭੋਜਨ ਦੇ ਵਿੱਚ ਉਹ ਵੀ ਤਿਆਰ ਕੀਤਾ ਜਾਂਦਾ ਹੈ। ਆਏ ਜਾਏ ਨਰ ਖਾਇਸ ਜਿਤੋ ਹੁਣ ਸਿੱਖ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਸਾਰਾ ਦਿਨ ਭੀੜ ਲੱਗੀ ਰਹਿੰਦੀ ਹੈ ਗੁਰੂ ਪਾਤਸ਼ਾਹ ਜੀ ਦੇ ਦੁਆਰੇ ਤੇ। ਆਉਂਦੀਆਂ ਜਾਂਦੀਆਂ ਸਾਰੀਆਂ ਸਿੱਖ ਸੰਗਤਾਂ ਇਸ ਪ੍ਰਕਾਰ ਦੇ ਨਾਲ ਲੰਗਰ ਛਕਦੀਆਂ ਹਨ। ਬਰਤਨ ਲਗੇ ਦਿਵਸ ਮਧਿਆਨ ਤੇ ਜਦੋਂ ਦੁਪਹਿਰ ਦਾ ਸਮਾਂ ਹੋ ਜਾਂਦਾ, ਦੁਪਹਿਰ ਦੇ ਸਮੇਂ ਤੋਂ ਇਹ ਲੰਗਰ ਵਰਤਣਾ ਸ਼ੁਰੂ ਹੋ ਜਾਂਦਾ ਹੈ। ਨਿਸਾ ਜਾਮ ਲਗ ਲੇਕੋ ਆਨ ਤੇ ਰਾਤ ਤੱਕ ਲੰਗਰ ਵਰਤਦਾ। ਜਦੋਂ ਮਰਜ਼ੀ ਕੋਈ ਲੰਗਰ ਵਿੱਚੋਂ ਭੋਜਨ ਲੈ ਕੇ ਛਕ ਲਵੇ। ਦੁਪਹਿਰ ਤੋਂ ਲੰਗਰ ਵਰਤਣਾ ਸ਼ੁਰੂ ਹੁੰਦਾ ਤੇ ਦੇਰ ਰਾਤ ਤੱਕ ਗੁਰੂ ਕਾ ਅਟੁੱਟ ਲੰਗਰ ਵਰਤਦਾ ਰਹਿੰਦਾ। ਕੋਈ ਨਾ ਅਟਕਾਵੇਂ ਤੈਂ ਜਾਤੇ ਉੱਥੇ ਜਾਣ ਤੋਂ ਕੋਈ ਵੀ ਵਰਜਦਾ ਨਹੀਂ ਸੀ, ਕੋਈ ਵੀ ਰੋਕਦਾ ਨਹੀਂ। ਜਦੋਂ ਮਰਜ਼ੀ ਕੋਈ ਜਾ ਕੇ ਭੋਜਨ ਛਕ ਲਵੇ। ਜਦੋਂ ਲੰਗਰ ਤਿਆਰ ਹੋ ਕੇ ਵਰਤਣਾ ਸ਼ੁਰੂ ਹੋ ਗਿਆ ਤੇ ਜਦੋਂ ਜਿਸ ਦੀ ਜਦੋਂ ਵੀ ਮਰਜ਼ੀ ਹੋਵੇ ਭੋਜਨ ਛਕਣ ਦੀ ਇੱਛਾ ਹੋਵੇ, ਜਦੋਂ ਮਰਜ਼ੀ ਕੋਈ ਜਾ ਕੇ ਛਕ ਲਵੇ, ਉਹਨੂੰ ਕੋਈ ਵੀ ਰੋਕਦਾ ਨਹੀਂ। ਤ੍ਰਿਪਤ ਹੋਏ ਨਰ ਲੈ ਸਭ ਖਾਤੇ ਤੇ ਸਾਰੇ ਜਿੰਨੇ ਵੀ ਸਿੱਖ ਸੰਗਤਾਂ ਜੋੜਦੀਆਂ ਇੱਥੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਲੰਗਰਾਂ ਵਿੱਚੋਂ ਭੋਜਨ ਛਕਦੀਆਂ, ਭੋਜਨ ਛਕ ਕੇ ਤ੍ਰਿਪਤ ਹੋ ਜਾਂਦੀਆਂ ਹਨ। ਨਿਤ ਪ੍ਰਤ ਸਤਿਗੁਰ ਦੇਗ ਚਲਾਵੇ ਇਸੇ ਤਰ੍ਹਾਂ ਹਰ ਰੋਜ਼ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਦੇਗਾਂ ਵਰਤਦੀਆਂ, ਅਟੁੱਟ ਲੰਗਰ ਵਰਤਦੇ ਹਨ। ਉਹ ਛੋਦਾ ਤੁਰ ਸਭ ਕੋ ਖਾਵੇ ਇਸ ਪ੍ਰਕਾਰ ਦੇ ਨਾਲ ਜਿੰਨੇ ਕੋ ਲੋੜ ਹੁੰਦੇ, ਭੁੱਖ ਹੁੰਦੇ, ਉਸ ਪ੍ਰਕਾਰ ਭੁੱਖ ਦੇ ਮੁਤਾਬਕ ਲੈ ਕੇ ਸਿੱਖ ਸੰਗਤਾਂ ਭੋਜਨ ਛਕ ਲੈਂਦੀਆਂ। ਕਾਰ ਕਰੇ ਬਾਪੀ ਨਰ ਜੇਈ ਤੇ ਬਾਉਲੇ ਸਾਹਿਬ ਦੀ ਜਿਹੜੀ ਕਾਰ ਸੇਵਾ ਹੈ ਉਹ ਸਾਰੀਆਂ ਸੰਗਤਾਂ ਭਾਵਨਾ ਦੇ ਨਾਲ ਕਰਦੀਆਂ ਹਨ। ਇੱਕ ਪੰਕਤ ਕਰ ਅਚਵੇਂ ਤੇਈ ਤੇ ਇੱਕੋ ਪੰਗਤ ਲੱਗਦੀ ਹੈ ਤੇ ਇੱਕ ਪੰਗਤ ਦੇ ਵਿੱਚ ਇੱਕੋ ਪ੍ਰਕਾਰ ਦਾ ਹੱਜ। ਜਿਸ ਤਰ੍ਹਾਂ ਦੇ ਨਾਲ ਲੰਗਰ ਤਿਆਰ ਹੋਇਆ ਸਾਰਿਆਂ ਦੇ ਵਿੱਚ ਉਹ ਸਾਰੇ ਬਰਾਬਰ ਵਰਤਾਇਆ ਜਾਂਦਾ, ਲੈ ਕੇ ਸਾਰੇ ਛਕਦੇ। ਜੁਗ ਤਨੀਆਂ ਸ਼੍ਰੀ ਗੁਰ ਕੇ ਹੋਤੀ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਦੋ ਸੁਪੁੱਤਰੀਆਂ ਸਨ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ। ਦੋ ਸੁਪੁੱਤਰੀਆਂ ਸਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ। ਵੱਡ ਭਾਗਾ ਭਗਤਨ ਸ਼ੁਭਮਤੀ ਜਿਹੜਾ ਵੱਡਿਆਂ ਭਾਗਾਂ ਵਾਲੇ ਸ਼ੁਭ ਮਤ ਦੇ ਸਹਿਤ ਸਨ, ਭਗਤੀ ਵਾਲੇ ਜਿਨ੍ਹਾਂ ਦੇ ਅੰਦਰ ਭਾਵਨਾ ਸੀ। ਇੱਕ ਕੋ ਪਤੀ ਰਾਮਾ ਤਿਸ ਨਾਮਾ ਤੇ ਇੱਕ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵੱਡੀ ਸੁਪੁੱਤਰੀ ਸੀ ਬੀਬੀ ਦਾਨੀ ਜੀ, ਉਹ ਭਾਈ ਰਾਮਾ ਜੀ ਦੇ ਨਾਲ ਵਿਆਹੀ ਹੋਈ ਸੀ। ਰਾਮਦਾਸ ਦੂਸਰੇ ਅਬਿਰਾਮਾ ਤੇ ਦੂਸਰੇ ਦੇ ਬੀਬੀ ਭਾਨੀ ਜੀ ਦੇ ਪਤੀ ਸਨ ਸ਼੍ਰੀ ਰਾਮਦਾਸ ਜੀ।
ਬੀਬੀ ਭਾਨੀ ਜੀ ਸ਼੍ਰੀ ਰਾਮਦਾਸ ਜੀ ਦੇ ਨਾਲ ਵਿਆਹੇ ਹੋਏ ਸਨ। ਸਤਿਗੁਰ ਵਿਖੇ ਭਾਵਨਾ ਭਾਰੀ। ਤੇ ਦੋਵਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਤਾਈ ਬੜੀ ਭਾਵਨਾ ਸੀ। ਦੋਵਾਂ ਦੇ ਹਿਰਦੇ ਬੜੇ ਪ੍ਰੇਮ ਨਾਲ ਭਰੇ ਹੋਏ ਸਨ, ਬੜੇ ਭਾਵਨਾ ਦੇ ਸਾਥ ਵਿਚਰਦੇ। ਸੇਵਾ ਕਰੇ ਅਨੇਕ ਪ੍ਰਕਾਰੀ। ਤੇ ਅਨੇਕਾਂ ਪ੍ਰਕਾਰ ਦੇ ਨਾਲ ਹਿਰਦਿਆਂ ਵਿੱਚ ਪ੍ਰੇਮ ਰੱਖ ਕੇ ਭਾਵਨਾ ਦੇ ਨਾਲ ਦੋਵੇਂ ਜਣੇ ਭਾਈ ਰਾਮਾ ਜੀ ਸ਼੍ਰੀ ਰਾਮਦਾਸ ਜੀ ਦੋਵੇਂ ਸੇਵਾ ਕਰਦੇ ਹਨ। ਕਾਰ ਬਾਪਿਕਾ ਕੀ ਮਿਲ ਦੋ। ਤੇ ਬਾਉਲੇ ਸਾਹਿਬ ਦੀ ਜਿਹੜੀ ਕਾਰ ਸੇਵਾ ਹੈ, ਉਹ ਦੋਵੇਂ ਜਣੇ ਮਿਲ ਕੇ ਕਰਦੇ ਹਨ। ਕਰਤੇ ਆਪ ਕਰਵਾਵਤ ਸੋ। ਹੁਣ ਜਿਹੜੇ ਕਾਰ ਸੇਵਾ ਚੱਲ ਰਹੀ ਹੈ, ਜਿੱਥੇ ਆਪ ਕਰਦੇ ਨੇ ਉੱਥੇ ਸਿੱਖ ਸੰਗਤਾਂ ਜਿਹੜੀਆਂ ਚੱਲ ਕੇ ਆਉਂਦੀਆਂ ਉਹਨਾਂ ਦੇ ਕੋਲੋਂ ਕਰਵਾਉਂਦੇ। ਇਸ ਪ੍ਰਕਾਰ ਦੇ ਨਾਲ ਸੇਵਾ ਵਿੱਚ ਲੱਗੇ ਰਹਿੰਦੇ। ਰਾਮਦਾਸ ਜੀ ਸੰਜ ਸਵੇਰ। ਤੇ ਸ਼੍ਰੀ ਰਾਮਦਾਸ ਜੀ ਸਵੇਰ ਤੋਂ ਲੈ ਕੇ ਸ਼ਾਮ ਸਮੇਂ ਤੱਕ ਕਰੇ ਟੋਕਰੇ ਇੱਕ ਥਲ ਹੀਰ। ਹੁਣ ਜਦੋਂ ਸਾਂਝ ਹੋ ਜਾਣੀ, ਸ਼ਾਮ ਦਾ ਸਮਾਂ ਹੋ ਜਾਣਾ, ਕਾਰ ਸੇਵਾ ਜਦੋਂ ਬੰਦ ਕਰਦੇ ਨੇ, ਕੰਮ ਰੁਕ ਜਾਣਾ, ਤਾਂ ਉਦੋਂ ਜਿੰਨੇ ਵੀ ਟੋਕਰੇ ਨੇ ਉਹ ਸਾਰੇ ਟੋਕਰੇ ਇੱਕ ਜਗ੍ਹਾ ਤੇ ਇਕੱਠੇ ਕਰਦੇ ਨੇ। ਕਰ ਕੈ ਕਾਰ ਅਪਰ ਹਟ ਜਾਏ। ਜਦੋਂ ਕਾਰ ਸੇਵਾ ਕਰਕੇ ਸਿੱਖ ਸੰਗਤਾਂ ਹਟ ਜਾਂਦੀਆਂ, ਕਹੀ ਆਦ ਸਭ ਕਰ ਇੱਕ ਥਾਏ। ਤੇ ਕਈਆਂ ਜਿਹੜੀਆਂ ਨੇ ਜਿਨ੍ਹਾਂ ਨਾਲ ਮਿੱਟੀ ਪੁੱਟਦੇ ਸਨ, ਉਹ ਸਾਰੀਆਂ ਕਈਆਂ ਵੀ ਸੰਭਾਲਦੇ ਸ਼੍ਰੀ ਰਾਮਦਾਸ ਜੀ। ਉਹ ਸਾਰੀਆਂ ਕਈਆਂ ਨੂੰ ਵੀ ਇੱਕ ਜਗ੍ਹਾ ਤੇ ਇਕੱਠਾ ਕਰਦੇ। ਧਰੇ ਸੰਭਾਰ ਸਕਲ ਪਸਚਾਤੀ। ਤੇ ਸਾਰੇ ਜਿਹੜੇ ਇਹ ਟੋਕਰੇ ਨੇ, ਸਾਰੀਆਂ ਜਿੰਨੀਆਂ ਵੀ ਕਈਆਂ ਹਨ, ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਦੇ ਹਨ। ਆਨ ਦੇਤ ਜਬ ਹੋਵਤ ਪ੍ਰਾਤੀ। ਤੇ ਜਦੋਂ ਸਵੇਰ ਦਾ ਸਮਾਂ ਹੁੰਦਾ, ਸਿੱਖ ਸੰਗਤਾਂ ਫਿਰ ਸੇਵਾ ਵਿੱਚ ਹਾਜ਼ਰ ਹੁੰਦੀਆਂ। ਸਵੇਰ ਦੇ ਸਮੇਂ ਜਦੋਂ ਸਿੱਖ ਸੰਗਤਾਂ ਪਹੁੰਚਦੀਆਂ ਤੇ ਉਹ ਸੰਭਾਲੇ ਹੋਏ ਟੋਕਰੇ ਕਈਆਂ ਫਿਰ ਉਸੇ ਤਰ੍ਹਾਂ ਸਿੱਖ ਸੰਗਤਾਂ ਦੇ ਵਿੱਚ ਵੰਡ ਦਿੰਦੇ ਹਨ। ਕਾਰੀਗਰ ਨਿਜ ਸਾਧਨ ਸਾਰੇ। ਤੇ ਕਾਰੀਗਰਾਂ ਦੇ ਜਿਹੜੇ ਸੰਦ ਨੇ ਉਹ ਵੀ ਸਾਰੇ ਚੰਗੀ ਤਰ੍ਹਾਂ ਸੰਭਾਲ ਕੇ ਰੱਖਦੇ। ਤਿਸੀ ਰੀਤ ਤਿੰਨ ਕੋ ਸੰਭਾਰੇ। ਉਹਨਾਂ ਨੂੰ ਵੀ ਚੰਗੀ ਰੀਤੀ ਦੇ ਨਾਲ ਜਿਹੜੇ ਸੰਦ ਹਨ ਕਾਰੀਗਰਾਂ ਦੇ, ਉਹਨਾਂ ਦੀ ਸੰਭਾਲ ਕਰਕੇ ਇੱਕ ਜਗ੍ਹਾ ਤੇ ਇਕੱਠਾ ਕਰਕੇ ਰੱਖਦੇ ਹਨ। ਅਤ ਪ੍ਰਤੀਤ ਅਤ ਪ੍ਰੀਤ ਤਰੰਤਾ। ਹਿਰਦੇ ਦੇ ਅੰਦਰ ਪੂਰਨ ਦ੍ਰਿੜ ਵਿਸ਼ਵਾਸ ਤੇ ਬਹੁਤ ਵੱਡਾ ਪ੍ਰੇਮ ਸ਼੍ਰੀ ਰਾਮਦਾਸ ਜੀ ਨੇ ਧਾਰਨ ਕੀਤਾ ਹੋਇਆ ਹੈ। ਸ਼੍ਰੀ ਸਤਿਗੁਰ ਕੀ ਸੇਵ ਕਰੰਤਾ। ਇਸ ਪ੍ਰਕਾਰ ਦੇ ਨਾਲ ਪੂਰਨ ਸ਼ਰਧਾ ਵਿਸ਼ਵਾਸ ਲੈ ਕਰਕੇ ਪ੍ਰੇਮ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਦੇ ਹਨ। ਤੈਸੇ ਰਾਮਾ ਦੂਸਰ ਜੋਏ। ਤੇ ਹੁਣ ਦੂਸਰੇ ਦਾਮਾਦ ਸਨ ਸ਼੍ਰੀ ਰਾਮਾ ਜੀ, ਭਾਈ ਰਾਮਾ ਜੀ, ਉਹ ਵੀ ਮਿਲ ਕਰਕੇ ਇਸ ਪ੍ਰਕਾਰ ਦੇ ਨਾਲ ਕਾਰ ਬਾਪਿਕਾ ਲਾਗੇ ਸੋਏ। ਉਹ ਵੀ ਬਾਉਲੇ ਸਾਹਿਬ ਦੇ ਕਾਰ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਨ। ਕਰੇ ਆਪ ਅਰ ਕੈ ਕਰਵਾਵੇ। ਆਪ ਹੱਥੀਂ ਵੀ ਸੇਵਾ ਕਰਦੇ ਭਾਈ ਰਾਮਾ ਜੀ, ਤੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਕਹਿ ਕਰਕੇ, ਉਹਨਾਂ ਨੂੰ ਦੱਸ ਕਰਕੇ ਉਹਨਾਂ ਕੋਲੋਂ ਸੇਵਾ ਕਰਵਾਉਂਦੇ। ਸੇਵਾ ਲਗਿਓ ਨਹੀਂ ਅਲਸਾਵੇ। ਸੇਵਾ ਕਰਦਿਆਂ ਕਦੀ ਵੀ ਭਾਈ ਰਾਮਾ ਜੀ ਆਲਸ ਨਹੀਂ ਕਰਦੇ। ਸੇਵਾ ਕਰਦਿਆਂ ਉਹਨਾਂ ਵਿੱਚ ਕਦੀ ਵੀ ਆਲਸ ਨਹੀਂ ਆਉਂਦਾ। ਦੋਨੋਂ ਪਰ ਸਤਿਗੁਰ ਹਿਤ ਕਰੇ। ਤੇ ਹੁਣ ਦੋਵੇਂ ਦਾਮਾਦ ਸਨ ਭਾਈ ਰਾਮਾ ਜੀ ਤੇ ਸ਼੍ਰੀ ਰਾਮਦਾਸ ਜੀ, ਦੋਵਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਬਹੁਤ ਹਿੱਤ ਕਰਦੇ ਸਨ, ਬਹੁਤ ਪ੍ਰੇਮ ਕਰਦੇ ਸਨ। ਆਪਣੇ ਭਗਤ ਜਾਨ ਉਰ ਤਰੇ। ਹਿਰਦੇ ਦੇ ਅੰਦਰ ਆਪਣੇ ਭਗਤ ਜਾਣਦੇ ਸਨ ਕਿ ਦੋਵੇਂ ਜਣੇ ਸਾਡੇ ਵੱਡੇ ਭਗਤ ਨੇ। ਭਗਤ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਹਿੱਤ ਕਰਦੇ, ਪ੍ਰੇਮ ਕਰਦੇ, ਆਪਣੇ ਭਗਤ ਜਾਣਦੇ। ਤਿੰਨ ਦੋਨੋਂ ਕੋ ਦੇਖਤ ਸਾਰੇ। ਹੁਣ ਇਹਨਾਂ ਦੋਵਾਂ ਜਣਿਆਂ ਨੂੰ, ਭਾਈ ਰਾਮਾ ਜੀ ਨੂੰ ਤੇ ਸ਼੍ਰੀ ਰਾਮਦਾਸ ਜੀ ਨੂੰ, ਦੋਵਾਂ ਨੂੰ ਸਾਰੀਆਂ ਸਿੱਖ ਸੰਗਤਾਂ ਜਦੋਂ ਤੱਕਦੀਆਂ ਹਨ ਸੇਵਾ ਕਰਦਿਆਂ ਨੂੰ, ਕਰੇ ਪਰਸਪਰ ਬਾਦੀ ਉਚਾਰੇ। ਤੇ ਆਪਸ ਦੇ ਵਿੱਚ ਮਿਲ ਕੇ ਸਿੱਖ ਸੰਗਤਾਂ ਇਸ ਤਰ੍ਹਾਂ ਦੇ ਨਾਲ ਵਿਚਾਰ ਕਰਦੀਆਂ। ਕੋ ਇੱਕ ਸਿੱਖ ਇਮ ਕਹੇ ਬਨਾਏ। ਸਿੱਖ ਮਿਲ ਕੇ ਆਪਸ ਦੇ ਵਿੱਚ ਜਦੋਂ ਵਿਚਾਰ ਕਰਦੇ ਤੇ ਸਿੱਖ ਇਸ ਤਰ੍ਹਾਂ ਦੇ ਨਾਲ ਕਹਿੰਦੇ ਹਨ, ਇੱਕ ਦੂਜੇ ਨਾਲ ਵਿਚਾਰ ਕਰਦੇ ਹਨ। ਰਾਮੇ ਪਰ ਗੁਰ ਹਿਤ ਅਧਿਕਾਏ। ਹੁਣ ਕੋਈ ਸਿੱਖ ਵਿੱਚੋਂ ਕਹਿੰਦਾ, ਜਦੋਂ ਆਪਸ ਵਿੱਚ ਮਿਲ ਕੇ ਸਿੱਖ ਵਿਚਾਰਾਂ ਕਰਦੇ ਤੇ ਵਿਚਾਰਾਂ ਕਰਦਿਆਂ ਕੋਈ ਇੱਕ ਸਿੱਖ ਵਿੱਚੋਂ ਕਹਿੰਦਾ ਕਿ ਜਿਹੜੇ ਭਾਈ ਰਾਮਾ ਜੀ ਹਨ,
ਇਹਨਾਂ ਦੇ ਨਾਲ ਗੁਰੂ ਸਾਹਿਬ ਜ਼ਿਆਦਾ ਹਿੱਤ ਕਰਦੇ ਨੇ। ਗੁਰੂ ਸਾਹਿਬ ਦਾ ਇਹਨਾਂ ਨਾਲ ਬਹੁਤਾ ਪਿਆਰ ਹੈ। ਨਿਜ ਗਾਦੀ ਪਰ ਦੇਹ ਬਿਠਾਈ, ਆਪਣੇ ਤੋਂ ਬਾਅਦ ਇਹ ਗੁਰਤਾ ਗੱਦੀ ਤੇ ਭਾਈ ਰਾਮਾ ਜੀ ਨੂੰ ਬਿਠਾਉਣਗੇ। ਰਾਮਾ ਲਹਿ ਜਗਤ ਗੁਰਿਆਈ, ਇਹ ਭਾਈ ਰਾਮਾ ਜੀ ਜਗਤ ਦੇ ਵਿੱਚ ਗੁਰਿਆਈ ਪ੍ਰਾਪਤ ਕਰਨਗੇ, ਜਗਤ ਦੇ ਗੁਰੂ ਬਣਨਗੇ। ਨਿਸ ਦਿਨ ਆਇਸ ਵਿਖੇ ਚਲੰਤਾ, ਕਿਉਂਕਿ ਦਿਨੇ ਰਾਤ ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਵਿੱਚ ਰਹਿੰਦੇ ਨੇ ਭਾਈ ਰਾਮਾ ਜੀ, ਉਹਨਾਂ ਦੀ ਆਗਿਆ ਦੇ ਵਿੱਚ ਵਿਚਰਦੇ ਹਨ। ਕਰਤ ਸੇਵਕੋ ਨੇ ਅਲਸੰਤਾ, ਤੇ ਗੁਰੂ ਸਾਹਿਬ ਦੀ ਸੇਵਾ ਕਰਦਿਆਂ ਕਦੇ ਵੀ ਭਾਈ ਰਾਮਾ ਜੀ ਆਲਸ ਨਹੀਂ ਕਰਦੇ। ਆਲਸ ਉਹਨਾਂ ਦੇ ਨੇੜੇ ਨਹੀਂ ਢੁਕਦਾ, ਉਹਨਾਂ ਦਾ ਮਨ ਕਦੀ ਆਲਸੀ ਨਹੀਂ ਹੋਇਆ ਸੇਵਾ ਕਰਨ ਤੋਂ, ਕਦੀ ਵੀ ਉਹ ਆਲਸ ਨਹੀਂ ਕਰਦੇ ਸੇਵਾ ਕਰਨ ਵਿੱਚ। ਕੇ ਚਿਤ ਕਏ ਸਿੱਖ ਪਿਖ ਤੋਰ, ਤੇ ਕਈ ਜਿਹੜੇ ਨੇ ਚਾਲ ਵੇਖ ਕੇ, ਢਾਲ ਚਾਲ ਵੇਖ ਕੇ, ਤੌਰ ਤਰੀਕਾ ਵੇਖ ਕੇ, ਹੁਣ ਕਈ ਸਿਆਣੇ ਸਿੱਖ ਲਖਣ ਲਾਉਂਦੇ, ਕੋਈ ਕਹਿੰਦਾ ਭਾਈ ਰਾਮਾ ਜੀ ਇਸ ਤਰ੍ਹਾਂ ਆਗਿਆਕਾਰੀ ਨੇ, ਭਾਵਨਾ ਨਾਲ ਸੇਵਾ ਕਰਦੇ ਨੇ, ਗੁਰੂ ਸਾਹਿਬ ਦੀ ਆਗਿਆ ਵਿੱਚ ਰਹਿੰਦੇ ਨੇ। ਤੇ ਕਈ ਜਿਹੜੇ ਨੇ ਉਹ ਤੌਰ ਤਰੀਕਾ ਪਰਖਦੇ ਨੇ, ਤੇ ਤੌਰ ਤਰੀਕਾ ਪਰਖ ਕਰਕੇ ਇਸ ਪ੍ਰਕਾਰ ਦੇ ਨਾਲ ਕਈ ਸਿੱਖ ਵਿੱਚੋਂ ਕਹਿੰਦੇ ਹਨ ਰਾਮਦਾਸ ਪਾਵੇਂ ਗੁਰ ਠੌਰ। ਤੇ ਕਈ ਕਹਿੰਦੇ ਨਹੀਂ, ਸ਼੍ਰੀ ਰਾਮਦਾਸ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਬਾਅਦ ਇਹਨਾਂ ਦੀ ਜਗ੍ਹਾ ਤੇ ਬੈਠਣਗੇ, ਗੁਰਤਾ ਗੱਦੀ ਤੇ ਸੁਭਾਏ ਮਨ ਹੋਣਗੇ। ਇਨ ਪਰ ਗੁਰ ਕੀ ਖੁਸ਼ੀ ਕਨੇਰੀ, ਹੁਣ ਕਈ ਸਿੱਖ ਕਹਿੰਦੇ ਕਿ ਇਹਨਾਂ ਤੇ, ਕਈ ਤਾਂ ਕਹਿੰਦੇ ਕਿ ਭਾਈ ਰਾਮਾ ਜੀ ਨਾਲ ਜ਼ਿਆਦਾ ਹਿੱਤ ਹੈ, ਤੇ ਕੁਝ ਵਿੱਚੋਂ ਸਿੱਖ ਕਹਿੰਦੇ ਨਹੀਂ, ਸ਼੍ਰੀ ਰਾਮਦਾਸ ਜੀ ਨਾਲ ਵੱਡਾ ਪ੍ਰੇਮ ਹੈ ਗੁਰੂ ਅਮਰਦਾਸ ਜੀ ਦਾ, ਉਹ ਗੁਰੂ ਅਮਰਦਾਸ ਜੀ ਜ਼ਿਆਦਾ ਪਿਆਰ ਕਰਦੇ ਹਨ ਸ਼੍ਰੀ ਰਾਮਦਾਸ ਜੀ ਨੂੰ। ਹਿਰਦੈ ਗਰੀਬੀ ਨਿਤ ਬਹੁ ਤੇਰੀ, ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਬਹੁਤ ਗਰੀਬੀ ਹੈ, ਭਾਵ ਨਿਮਰਤਾ ਨੂੰ ਧਾਰਨ ਕੀਤਾ। ਨਿਮਰਤਾ ਦੇ ਪੁੰਜ ਤਾਈ ਕਹਿੰਦੇ ਨਾ ਆਪਾਂ ਸ਼੍ਰੀ ਗੁਰੂ ਰਾਮਦਾਸ ਜੀ ਨੂੰ, ਨਿਮਰਤਾ ਦੇ ਪੁੰਜ, ਹਿਰਦੇ ਦੀ ਗਰੀਬੀ ਜਿਨ੍ਹਾਂ ਨੇ ਧਾਰਨ ਕੀਤੀ ਹੋਈ ਹੈ। ਆਪਾ ਕਬੂ ਜਨਾਵੇ ਨਾਹੀ, ਸੇਵਾ ਕਰਦਿਆਂ ਕਦੀ ਵੀ ਆਪਾ ਭਾਵ ਨਹੀਂ ਜਤਾਉਂਦੇ, ਕਦੀ ਵੀ ਇਹ ਨਹੀਂ ਕਹਿੰਦੇ ਆ ਮੈਂ ਏਦਾਂ ਕੀਤਾ, ਮੈਂ ਇਸ ਤਰ੍ਹਾਂ ਕਰ ਰਿਹਾ, ਮੇਰੇ ਕੀਤਿਆਂ ਇਸ ਤਰ੍ਹਾਂ ਹੋ ਰਿਹਾ, ਜਾਂ ਕੁਝ ਵੀ ਮੈਂ ਇੰਨੀ ਸੇਵਾ ਕਰਨਾ। ਹਿਰਦੇ ਦੀ ਗਰੀਬੀ ਹੈ, ਨਿਮਰਤਾ ਧਾਰਨ ਕੀਤੀ ਹੈ, ਤੇ ਕਦੀ ਵੀ ਆਪਾ ਭਾਵ ਨਹੀਂ ਜਤਾਉਂਦੇ। ਨਿਸ ਦਿਨ ਹਿਤਿਅਤ ਸੇਵਾ ਮਾਈ, ਤੇ ਦਿਨੇ ਰਾਤ ਸੇਵਾ ਦੇ ਵਿੱਚ ਹਿੱਤ ਰੱਖਦੇ ਨੇ, ਪ੍ਰੇਮ ਰੱਖ ਕੇ ਸੇਵਾ ਕਰਦੇ ਹਨ। ਇਨ ਦਿਸ਼ ਦਿਖ ਗੁਰ ਉਰ ਹਰ ਖੰਤੇ, ਤੇ ਜਦੋਂ ਸ਼੍ਰੀ ਰਾਮਦਾਸ ਜੀ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੇਖਦੇ ਹਨ, ਇਹਨਾਂ ਨੂੰ ਵੇਖ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੁੰਦੇ ਹਨ, ਬਹੁਤ ਖੁਸ਼ ਹੁੰਦੇ ਹਨ। ਸੇਵਾ ਕੇ ਬਸ ਬਿਰਦ ਤਰਨ ਤੇ, ਕਿਉਂਕਿ ਗੁਰੂ ਤਾਂ ਜਿਹੜਾ ਭਾਵਨਾ ਨਾਲ ਸੇਵਾ ਕਰਦਾ ਹੈ, ਸੇਵਾ ਕਰਕੇ ਪ੍ਰੇਮ ਨਾਲ ਗੁਰੂ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ। ਗੁਰੂ ਸਾਹਿਬ ਇਹ ਬਿਰਦ ਨੂੰ ਸੰਭਾਲਦੇ ਹਨ। ਇਮ ਆਪਸ ਮੈਂ ਬਾਦਤ ਰਹੀ, ਇਸ ਪ੍ਰਕਾਰ ਦੇ ਨਾਲ ਗੁਰੂ ਕੇ ਸਿੱਖ ਆਪਸ ਦੇ ਵਿੱਚ ਮਿਲ ਕੇ ਵਿਚਾਰਾਂ ਕਰਦੇ। ਦੋਨੋਂ ਦਿਸ਼ ਕੇ ਹਿਤ ਕੀ ਕਹਿੀ, ਦੋਵਾਂ ਪਾਸਿਆਂ ਤੋਂ ਜਿਹੜੀ ਗੱਲ ਹੈ ਭਾਈ ਰਾਮਾ ਜੀ ਦੇ ਬਾਬਤ ਤੇ ਸ਼੍ਰੀ ਰਾਮਦਾਸ ਜੀ ਦੇ ਬਾਬਤ, ਦੋਵਾਂ ਦੇ ਜਿਹੜੀ ਗੱਲ ਹੈ ਸਾਰੇ ਆਪਸ ਵਿੱਚ ਮਿਲ ਕੇ ਕਰਦੇ ਹਨ। ਤੋ ਬਹੁਤ ਜੇ ਸਿੱਖ ਮਹਾਨੇ, ਤੇ ਜਿਹੜੇ ਹੁਣ ਬਹੁਤੇ ਕਈ ਸਿੱਖ ਜਿਹੜੇ ਮਹਾਨ ਸਨ, ਮੋਹਰੀ ਸਿੱਖ ਸਨ, ਮੁਖੀ ਸਿੱਖ ਜਿਹੜੇ ਹਨ, ਸਤਿਗੁਰ ਭੇਦ ਹਿਰਦੇ ਕੋ ਜਾਣੇ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਹਿਰਦੇ ਦੇ ਬਾਬਤ ਜਿਹੜਾ ਭੇਦ ਹੈ, ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜਿਵੇਂ ਜਾਣੀ ਜਾਣਨੇ, ਉਹਦੇ ਬਾਬਤ ਜਿਹੜੇ ਕੁਝ ਜ਼ਿਆਦਾ ਨਿਕਟਵਰਤੀ ਸਿੱਖ, ਮੁਖੀ ਸਿੱਖ ਉਹ ਜਾਣਦੇ ਹਨ। ਦੇਖ ਗਰੀਬੀ ਪ੍ਰੀਤ ਸੁਭਾਉ, ਕਹਿਣ ਲੱਗੇ ਕਿ ਹਿਰਦੇ ਦੀ ਗਰੀਬੀ ਤੇ ਜਿਹੜਾ ਪ੍ਰੇਮ ਹੈ, ਪ੍ਰੀਤ ਭਰਿਆ ਜਿਹੜਾ ਸੁਭਾਅ ਹੈ, ਕਰਨ ਪ੍ਰਤੀਤ ਤਰਨ ਉਰ ਪਾਉ, ਤੇ ਹਿਰਦੇ ਦੇ ਵਿੱਚ ਪ੍ਰਤੀਤ ਭਰੋਸਾ ਰੱਖਦੇ ਹਨ, ਧਰਨ ਉਰ ਪਾਉ, ਤੇ ਹਿਰਦੇ ਦੇ ਵਿੱਚ ਵੱਡਾ ਪ੍ਰੇਮ ਧਾਰਨ ਕਰਕੇ ਰੱਖਦੇ ਹਨ। ਧੀਰਜ ਖਿਮਾ ਆਦ ਗੁਣ ਸਾਰੇ, ਸ਼੍ਰੀ ਰਾਮਦਾਸ ਜੀ ਦੇ ਗੁਣਾਂ ਨੂੰ ਬਿਆਨ ਕਰ ਰਹੇ ਨੇ ਕਿ ਇਹਨਾਂ ਦੇ ਵਿੱਚ ਧੀਰਜ ਵੀ ਹੈ, ਖਿਮਾ ਵੀ ਹੈ, ਆਦ ਜਿਹੜੇ ਗੁਣ ਨੇ ਇਹ ਸ਼੍ਰੀ ਰਾਮਦਾਸ ਜੀ ਨੇ ਧਾਰਨ ਕੀਤੇ ਹੋਏ ਹਨ। ਇਹ ਸਾਰੇ ਗੁਣ ਇਹਨਾਂ ਦੇ ਵਿੱਚ ਹਨ। ਜਿਨ ਤੇ ਗੁਰ ਪ੍ਰਸੰਨਤਾ ਧਾਰੇ, ਕਿਉਂਕਿ ਗੁਰੂ ਸਾਹਿਬ ਹਿਰਦੇ ਦੀ ਗਰੀਬੀ ਵੇਖਦੇ ਨੇ, ਹਿਰਦੇ 'ਚ ਨਿਮਰਤਾ ਹੋਵੇ, ਪ੍ਰੇਮ ਵਾਲਾ ਸੁਭਾਅ ਹੋਵੇ,
ਤੇ ਹਿਰਦੇ ਦੇ ਅੰਦਰ ਪੂਰਨ ਭਰੋਸਾ ਹੋਵੇ, ਪ੍ਰੇਮ ਨਾਲ ਭਰਿਆ ਹਿਰਦਾ, ਧੀਰਜ, ਖਿਮਾ ਆਦਿ ਜਿਹਦੇ ਵਿੱਚ ਗੁਣ ਹੋਣ, ਇਹ ਵੇਖ ਕਰਕੇ ਗੁਰੂ ਸਾਹਿਬ ਅਤੀ ਪ੍ਰਸੰਨ ਹੁੰਦੇ ਹਨ। 100 ਲੱਖ ਰਾਮਦਾਸ ਮੈਂ ਆਛੇ। ਹੁਣ ਇਹ ਜਿਹੜੇ ਕਈ ਸਿੱਖ ਕਹਿੰਦੇ ਇਹ ਜਿਹੜੇ ਗੁਣ ਨੇ ਇਹ ਸ਼੍ਰੀ ਰਾਮਦਾਸ ਦੇ ਵਿੱਚ ਹਨ, ਉਹਨਾਂ ਨੇ ਗੁਣ ਧਾਰਨ ਕੀਤੇ ਹੋਏ ਗੁਰੂ ਅਮਰਦਾਸ ਪਾਤਸ਼ਾਹ ਜੀ ਜਾਣਦੇ ਹਨ। ਕਹੇ ਬਹੁਤ ਹੋਏ ਏ ਗੁਰ ਪਾਛੇ। ਤੇ ਬਹੁਤੇ ਮਿਲ ਕੇ ਕਹਿੰਦੇ ਕਿ ਨਹੀਂ, ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਬਾਅਦ ਸ਼੍ਰੀ ਰਾਮਦਾਸ ਜੀ ਗੁਰੂ ਬਣਨਗੇ, ਗੁਰਤਾ ਗੱਦੀ ਤੇ ਬਿਰਾਜਮਾਨ ਹੋਣਗੇ। ਅਰ ਪ੍ਰਸੰਨਤਾ ਗੁਰ ਕੀ ਦੇਖੇ। ਅਤੇ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਵੱਲ ਵੇਖਦੇ ਹਨ। ਇਨ ਪਰ ਸਦਈ ਹੋਤ ਵਿਸ਼ੇਖੇ। ਕਿਉਂਕਿ ਗੁਰੂ ਸਾਹਿਬ ਜੀ ਵਿਸ਼ੇਸ਼ ਕਰਕੇ ਸ਼੍ਰੀ ਰਾਮਦਾਸ ਜੀ ਦੀ ਸੇਵਾ ਤੋਂ ਪ੍ਰਸੰਨ ਹੁੰਦੇ, ਸ਼੍ਰੀ ਰਾਮਦਾਸ ਜੀ ਦੇ ਗੁਣਾਂ ਨੂੰ ਵੇਖ ਕਰਕੇ ਵਿਸ਼ੇਸ਼ ਤੌਰ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰਸੰਨ ਹੁੰਦੇ ਹਨ। ਅਸ ਅਨੁਮਾਨ ਕਰਤ ਸਿੱਖ ਬ੍ਰਿਦੇ। ਇਸ ਪ੍ਰਕਾਰ ਦੇ ਨਾਲ ਸਿੱਖ ਸੰਗਤਾਂ ਆਪਸ ਵਿੱਚ ਮਿਲ ਕੇ ਅਨੁਮਾਨ ਲਾਉਂਦੀਆਂ ਹਨ। ਧਾਰਤ ਹਿਰਦੇ ਸੰਦੇਹ ਬਿਲੰਦੇ। ਤੇ ਹਿਰਦੇ ਦੇ ਵਿੱਚ ਸੰਦੇਹ ਧਾਰਨ ਕਰਕੇ ਇਸ ਤਰ੍ਹਾਂ ਨਾਲ ਵਿਚਾਰਦੇ। ਇੱਕ ਦਿਨ ਸਤਿਗੁਰ ਕੇ ਸਭ ਤੀਰ। ਇੱਕ ਦਿਨ ਸਾਰੇ ਮਿਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਦਰਸ਼ਨ ਕਰਤ ਭਈ ਸਿੱਖ ਪੀਰ। ਦਰਸ਼ਨ ਕਰਨ ਵਾਸਤੇ ਗੁਰੂ ਕੀਆਂ ਸਿੱਖ ਸੰਗਤਾਂ ਦੀ ਵੱਡੀ ਭੀੜ ਜੁੜੀ ਹੈ। ਉਤੇ ਮੁਖੀਏ ਕੇ ਚਿਤ ਤਿਨ ਮਾਉ। ਹੁਣ ਇਹਨਾਂ ਸਿੱਖ ਸੰਗਤਾਂ ਦੇ ਵਿੱਚ ਜਿਹੜੇ ਮੁਖੀ ਸਿੱਖ ਸਨ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਿੰਨੀਆਂ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਚੱਲ ਕੇ ਆਈਆਂ, ਵੱਡੀ ਭੀੜ ਇਕੱਠੀ ਹੋਈ, ਤੇ ਇਹਨਾਂ ਦੇ ਵਿੱਚੋਂ ਜਿਹੜੇ ਮੁਖੀ ਸਿੱਖ ਸਨ ਸੋ ਬੋਲੇ ਸ਼੍ਰੀ ਸਤਿਗੁਰ ਪਾਉ। ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਬੋਲੇ, ਕਹਿਣ ਲੱਗੇ, ਹਾਥ ਜੋੜ ਕਰ ਬਿਨਤੀ ਠਾਨੀ। ਦੋਵੇਂ ਹੱਥ ਜੋੜ ਕੇ ਜਿਹੜੇ ਮੁਖੀ ਸਿੱਖ ਸਨ, ਨਿਕਟਵਰਤੀ ਸਿੱਖ, ਉਹ ਦੋਵੇਂ ਹੱਥ ਜੋੜ ਕੇ ਬੇਨਤੀ ਕਰਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਸਰਬੱਗ ਆਪ ਸਦਾ ਗੁਣ ਖਾਨੀ। ਹੇ ਗੁਣਾਂ ਦੇ ਖਾਨ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ, ਆਪ ਸਦਾ ਹੀ ਗਿਆਨ ਦੇ ਸਾਧ ਅੰਦਰ ਦੀਆਂ ਜਾਣਨ ਵਾਲੇ ਹੋ। ਕੈਸੋ ਨਹੀਂ ਸਨੇਹ ਤੁਮਾਰਾ। ਕੈਸੋ ਨਹੀਂ, ਤੁਹਾਡਾ ਕਿਹਦੇ ਨਾਲ ਪਿਆਰ ਨਹੀਂ। ਗੁਰੂ ਪਾਤਸ਼ਾਹ ਤੁਸੀਂ ਤਾਂ ਸਾਰਿਆਂ ਨਾਲ ਹੀ ਪਿਆਰ ਕਰਦੇ ਹੋ, ਸਾਰਿਆਂ ਨਾਲ ਹੀ ਪ੍ਰੇਮ ਕਰਦੇ ਹੋ, ਕਿਹਦੇ ਨਾਲ ਤੁਹਾਡਾ ਪਿਆਰ ਨਹੀਂ ਹੈ। ਕੇਵਲ ਸੇਵਕ ਬਸ ਅਨੁਸਾਰਾ। ਕੇਵਲ ਸਿੱਖ ਬਸ ਅਨੁਸਾਰਾ, ਆਪਣੇ ਸੇਵਕਾਂ ਦੇ ਵਸ, ਉਹਨਾਂ ਦੇ ਵਸ ਰਹਿੰਦੇ ਹੋ, ਅਨੁਸਾਰੀ ਵਿਚਰਦੇ ਹੋ। ਸ਼੍ਰੀ ਨਾਨਕ ਤਜ ਸੁਤ ਗੁਣ ਖਾਨੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਗੁਣਾਂ ਦੇ ਖਾਨ ਆਪਣੇ ਸੇਵਕ ਨੂੰ ਵੇਖਣਾ ਕੀਤਾ। ਆਪਣੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਛੱਡ ਕੇ ਜਿਹੜੇ ਗੁਣਵਾਨ, ਉਹਨਾਂ ਦੇ ਆਗਿਆਕਾਰੀ, ਉਹਨਾਂ ਦੇ ਅਨਨ ਪਿਆਰੇ ਜਿਹੜੇ ਸਿੱਖ ਭਾਈ ਲਹਿਣਾ ਜੀ ਸਨ, ਦਾਸ ਬਿਠਾਇਓ ਆਪਨ ਸਥਾਨੀ। ਉਹਨਾਂ ਨੇ ਪੁੱਤਰਾਂ ਨੂੰ ਛੱਡ ਕੇ, ਕਿਉਂਕਿ ਪੁੱਤਰ ਆਗਿਆਕਾਰੀ ਹੋ ਕੇ ਨਾ ਵਿਚਰੇ ਤੇ ਜਿਹੜਾ ਸੇਵਕ ਆਗਿਆਕਾਰੀ ਹੋ ਕੇ ਰਿਹਾ, ਉਹਦੇ ਤੇ ਕਿਰਪਾ ਕੀਤੀ, ਆਪਣੀ ਥਾਂ ਤੇ ਉਹਨਾਂ ਨੂੰ ਬਿਠਾਉਣਾ ਕੀਤਾ। ਤਿਮ ਸ਼੍ਰੀ ਅੰਗਦ ਬਸ ਹੋਇ ਸੇਵਾ। ਉਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਸੇਵਾ ਦੇ ਵਸ ਵਿੱਚ ਹੋਏ, ਸੇਵਾ ਕਰਕੇ ਵਸ ਵਿੱਚ ਕੀਤਾ, ਸੇਵਾ ਤੋਂ ਪ੍ਰਸੰਨ ਹੋਏ। ਤੁਮੇ ਬਿਠਾਇਓ ਜਗ ਗੁਰ ਦੇਵਾ। ਤੇ ਉਹਨਾਂ ਨੇ ਤੁਹਾਨੂੰ ਆਪਣੀ ਥਾਂ ਤੇ ਬਿਠਾਇਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਤੁਹਾਨੂੰ ਜਗਤ ਦੇ ਗੁਰੂ ਬਣਾਇਆ। ਨਿਜ ਅਨੁਸਾਰ ਪੁੱਤਰ ਨੇ ਜਾਣੇ। ਉਹਨਾਂ ਨੇ ਜਿਹੜਾ ਹੈ ਆਪਣੇ ਪੁੱਤਰਾਂ ਨੂੰ ਇਹਦੇ ਜਿਹੜਾ ਹੈ ਉਹ ਨਹੀਂ ਜਾਣਿਆ ਕਿ ਇਹਨਾਂ ਦੇ ਉਹਨਾਂ ਵਿੱਚ ਗੁਣ ਨਹੀਂ ਸਨ, ਆਗਿਆਕਾਰੀ ਹੋ ਕੇ ਨਾ ਵਿਚਰੇ, ਲਾਇਕ ਨਾ ਜਾਣਦਿਆਂ ਹੋਇਆਂ ਜਿਹੜਾ ਉਹਨਾਂ ਨੇ ਪੁੱਤਰਾਂ ਨੂੰ ਇਹ ਬਖਸ਼ਿਸ਼ ਨਹੀਂ ਕੀਤੀ। ਅਜਰ ਜਰਨ ਗੁਣਹੀਨ ਪਛਾਨੇ। ਪਛਾਣਿਆ ਕਿ ਗੁਣਹੀਨ ਨੇ, ਇਹਨਾਂ ਵਿੱਚ ਉਹ ਗੁਣ ਨਹੀਂ ਜਿਹੜਾ ਅਜਰ ਨੂੰ ਜਰ ਸਕਣ, ਅਜਰ ਨੂੰ ਜਰਨ ਵਾਲਾ ਇਹਨਾਂ ਵਿੱਚ ਗੁਣਹੀਨ ਨਹੀਂ, ਉਹ ਗੁਣ ਤੋਂ ਸਖਣੇ ਹਨ। ਤਿਮ ਸੁਭਾਵ ਰਾਵਰ ਕੋ ਜਾਣਿਓ। ਉਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਜਿਹੜਾ ਸੁਭਾਅ ਅਸੀਂ ਜਾਣਿਆ ਹੈ। ਦਾਸਨ ਕੇ ਬਸ
ਏਉ ਪ੍ਰਣ ਠਾਨਿਓ ਦਾਸਾਂ ਦੇ ਲਈ ਇਹ ਤੁਸੀਂ ਪ੍ਰਣ ਕੀਤਾ ਹੈ। ਸਾਕ ਆਪ ਕੇ ਦੋਨੋਂ ਜੇਈ ਆਪ ਜੀ ਦੇ ਦੋਨੋਂ ਜਿਹੜੇ ਸਾਕ ਹਨ, ਦਾਮਾਦ ਹਨ, ਭਾਈ ਰਾਮਾ ਜੀ ਤੇ ਸ਼੍ਰੀ ਰਾਮਦਾਸ ਜੀ, ਸੇਵਕ ਪੀ ਵਿਸਾਲ ਹੈ ਤੇਈ ਤੇ ਤੁਹਾਡੇ ਵੱਡੇ ਸੇਵਕ ਵੀ ਨੇ। ਭਾਵੇਂ ਰਿਸ਼ਤੇਦਾਰੀ ਹੈ ਪਰ ਸੇਵਕ ਹੋ ਕੇ ਵਿਚਰਦੇ ਨੇ। ਕਦੀ ਵੀ ਉਹਨਾਂ ਨੇ ਆਪਣੇ ਆਪ ਨੂੰ ਦਾਮਾਦ ਨਹੀਂ ਸਮਝਿਆ, ਇੱਕ ਸੇਵਕ ਹੋ ਕੇ ਵਰਤਦੇ ਹਨ, ਵਿਚਰਦੇ ਹਨ। ਦੋਨੋਂ ਸੇਵਾ ਕਰੇ ਵਿਸਾਲਾ ਬਹੁਤ ਪ੍ਰੇਮ ਧਾਰਨ ਕਰਕੇ ਦੋਵੇਂ ਜਿਹੜੇ ਉਹ ਵਿਸ਼ਾਲ ਸੇਵਾ ਕਰਦੇ ਹਨ। ਕਾਲੇ ਕਾਲ ਜਾਲ ਸਭ ਕਾਲਾ ਤੇ ਹਰ ਵੇਲੇ ਉਹ ਕਠਨ ਜਿਹੜੀ ਹੈ ਘਾਲਣਾ ਘਾਲਦੇ, ਬਹੁਤੀ ਕਮਾਈ ਕਰਦੇ, ਸੇਵਾ ਕਰਦੇ ਹਨ। ਗੁਰ ਸੰਗਤ ਕੀ ਸੇਵਾ ਠਾਨੇ ਜਿਨ੍ਹਾਂ ਨੇ ਗੁਰੂ ਕੀ ਸੰਗਤ ਸੇਵਾ ਕਰਨ ਦੀ ਮਨ ਅੰਦਰ ਠਾਣੀ ਹੈ, ਜਿਹੜੇ ਭਾਵਨਾ ਨਾਲ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦੇ ਹਨ। ਬਾਪੀ ਕਾਰ ਕਰਤ ਹਿਤ ਮਾਨੇ ਤੇ ਜਿਨ੍ਹਾਂ ਨੇ ਬੌਲੇ ਸਾਹਿਬ ਦੇ ਕਾਰ ਸੇਵਾ ਕਰਨ ਦੇ ਵਿੱਚ ਵੱਡਾ ਹਿੱਤ ਲਾਇਆ, ਵੱਡਾ ਪ੍ਰੇਮ ਕਰਕੇ ਸੇਵਾ ਕਰਦੇ ਹਨ। ਸਭ ਬਿਦ ਸੋ ਸਮਾਨ ਹੈ ਤੁਮਕੋ ਤੇ ਸਾਰੇ ਦੋਵੇਂ ਤੁਹਾਨੂੰ ਸਮਾਨ ਨੇ, ਬਰਾਬਰ ਨੇ, ਦੋਵੇਂ ਸੇਵਾ ਕਰਦੇ ਨੇ, ਗੁਣਾਂ ਦੇ ਸਹਿਤ ਹਨ। ਤੋ ਹੋਤ ਸੰਸੇ ਸਭ ਹਮਕੋ ਪਰ ਪਾਤਸ਼ਾਹ ਜੀ ਸਾਡੇ ਮਨ ਅੰਦਰ ਸ਼ੰਕਾ ਬਣ ਆਉਂਦਾ, ਸੰਸਾ ਬਣ ਜਾਂਦਾ। ਹੁਣ ਤੁਹਾਨੂੰ ਤਾਂ ਦੋਵੇਂ ਬਰਾਬਰ ਨੇ, ਤੇ ਇਸ ਕਰਕੇ ਸਾਡੇ ਮਨ ਦੇ ਅੰਦਰ ਇਹ ਸੰਸਾ ਬਣਿਆ ਹੈ। ਸਤਿਗੁਰ ਪੂਰਨ ਸਰਬ ਸਮਾਨ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਪਰਿਪੂਰਨ ਸਰਬ ਸਮਾਨ ਹੋ। ਏਕ ਦ੍ਰਿਸ਼ਟ ਸਭ ਪਰ ਬ੍ਰਹਮ ਗਿਆਨ ਇੱਕ ਦ੍ਰਿਸ਼ਟੀ ਦੇ ਨਾਲ ਤੁਸੀਂ ਜਿਹੜਾ ਬ੍ਰਹਮ ਗਿਆਨ ਸਾਰਿਆਂ ਨੂੰ ਬਖਸ਼ਦੇ, ਕਿਰਪਾ ਕਰਦੇ ਹੋ। ਬਾਦੇ ਆਪਸ ਮੇਂ ਹਮ ਐਸੇ ਤੇ ਅਸੀਂ ਆਪਸ ਦੇ ਵਿੱਚ ਮਿਲ ਕੇ ਇਹ ਵਿਚਾਰ ਕਰਦੇ ਹਾਂ, ਭਾਵੇਂ ਕਿ ਤੁਹਾਡੀ ਦ੍ਰਿਸ਼ਟੀ ਸਮਾਨ ਹੈ, ਬ੍ਰਹਮ ਗਿਆਨ ਦੇ ਸਾਥ ਤੁਸੀਂ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਦੇ ਹੋ, ਪਰ ਅਸੀਂ ਆਪਸ ਦੇ ਵਿੱਚ ਮਿਲ ਕੇ ਸਾਰੇ ਇਹ ਵਿਚਾਰ ਕਰਦੇ ਹਾਂ। ਦੋਨੋਂ ਦੀਖਤ ਹੈ ਇੱਕ ਜੈਸੇ ਇਹ ਦੋਨੋਂ ਭਾਈ ਰਾਮਾ ਜੀ ਤੇ ਸ਼੍ਰੀ ਰਾਮਦਾਸ ਜੀ ਦੋਵੇਂ ਗੁਣਾਂ ਦੇ ਵਿੱਚ ਇੱਕੋ ਜੈਸੇ ਹਨ। ਕਿਰਪਾ ਦ੍ਰਿਸ਼ਟ ਤੁਮ ਧਾਰਨ ਕਰੋ ਤੇ ਆਪ ਜੀ ਕਿਰਪਾ ਦ੍ਰਿਸ਼ਟੀ ਜਿਹੜੀ ਆ ਉਹ ਕਰਕੇ ਦੱਸਣਾ ਕਰੋ। ਇੱਕ ਸਮ ਦੋਨੋਂ ਸੋਹਿਤ ਧਰੋ ਤੁਸੀਂ ਤਾਂ ਦੋਵਾਂ ਨੂੰ ਇੱਕ ਸਮਾਨ ਜਾਣਦੇ ਹੋ, ਦੋਵਾਂ ਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਵਰਤਦੀ ਹੈ। ਤਉ ਦੇਖੀਤ ਕਬ ਕਬ ਐਸੇ ਤੇ ਕਦੀ ਕਦੀ ਜਿਹੜਾ ਹੈ ਅਸੀਂ ਇਸ ਪ੍ਰਕਾਰ ਦੇ ਨਾਲ ਜਾਣਦੇ ਹਾਂ, ਤੁਸੀਂ ਜਦੋਂ ਕਿਰਪਾ ਕਰਦੇ ਹੋ, ਰਹਿਮਤ ਕਰਦੇ ਹੋ, ਤੇ ਕਦੀ ਕਦੀ ਇਸ ਪ੍ਰਕਾਰ ਦੇ ਨਾਲ ਅਸੀਂ ਜਾਣਨਾ ਕੀਤਾ। ਰਾਮਦਾਸ ਪਰ ਹੋਏ ਬੋ ਜੈਸੇ ਤੇ ਰਾਮਦਾਸ ਜੀ ਪਰ ਆਪ ਜੀ ਦੀ ਕਿਰਪਾ ਜ਼ਿਆਦਾ ਹੈ। ਪਾਤਸ਼ਾਹ ਕਈ ਵਾਰੀ ਅਸੀਂ ਜਦੋਂ ਵਿਚਾਰਦੇ ਹਾਂ ਤੇ ਵੇਖਦੇ ਹਾਂ, ਭਾਵੇਂ ਕਿ ਇੱਕ ਦ੍ਰਿਸ਼ਟੀ ਹੈ, ਇੱਕ ਸਮਾਨ ਤੁਸੀਂ ਜਾਣਦੇ ਹੋ, ਪਰ ਕਈ ਵਾਰੀ ਸਾਨੂੰ ਲੱਗਦਾ ਕਿ ਸ਼੍ਰੀ ਰਾਮਦਾਸ ਜੀ ਨਾਲ ਤੁਹਾਡਾ ਜ਼ਿਆਦਾ ਸਨੇਹ ਹੈ। ਸੋ ਪੀ ਸੇਵਾ ਕਰੇ ਕਨੇਰੀ ਕਿਉਂਕਿ ਉਹ ਵੀ ਬਹੁਤ ਪ੍ਰੇਮ ਦੇ ਸਾਥ ਵੱਡੇ ਘਾਲਣਾ ਘਾਲ ਦੇ ਸੇਵਾ ਕਰਦੇ ਹਨ। ਨਿਸ ਦਿਨ ਲਗਿਓ ਰਹਿਤ ਬਿਨ ਬੇਰੀ ਉਹ ਦਿਨੇ ਰਾਤ ਜਿਹੜੇ ਇਹ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਨ। ਹੋਵੇ ਇਨ ਮੈਂ ਕਵਨ ਵਿਸਾਲਾ ਇਹਨਾਂ ਦੇ ਵਿੱਚੋਂ ਕੌਣ ਵਿਸ਼ਾਲ ਹੈ, ਕੌਣ ਇਹ ਸੇਵਾ ਜਿਹੜੇ ਮਹਾਨ ਸੇਵਾ ਆਪ ਜੀ ਦੀ ਕਰਦੇ, ਕਿਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਆਪ ਜੀ ਬਖਸ਼ਿਸ਼ ਕਰੋਗੇ। ਕੋ ਕਰ ਹੈ ਨਿਜ ਬੰਸੇ ਉਜਾਲਾ ਤੇ ਕਿਹੜੇ ਨੇ ਜਿਹੜੇ ਤੁਹਾਡੇ ਸੇਵਾ ਦੇ ਵਿੱਚ, ਸੇਵਾ ਜਿਹਦੀ ਤੁਹਾਡੇ ਦਰ ਤੇ ਪ੍ਰਵਾਨ ਹੋਵੇਗੀ, ਜਿਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਤੁਸੀਂ ਕਿਰਪਾ ਕਰੋਗੇ, ਕੌਣ ਆਪਣਾ ਜਿਹੜਾ ਵੰਸ਼ ਉਜਾਲਾ ਕਰੇਗਾ, ਕਿਹੜਾ ਆਪਣੇ ਵੰਸ਼ ਨੂੰ ਜਿਹੜਾ ਹੈ ਉਹ ਉਜਵਲਾ ਕਰੇਗਾ। ਤਾਰ ਤਮਤ ਪ੍ਰੇਮ ਮਝਾਰੇ ਇਹਦੇ ਵਿੱਚ ਪ੍ਰੇਮ ਵੱਧ ਹੈ ਤੇ ਕਿਹਦੇ ਹਿਰਦੇ ਵਿੱਚ ਪ੍ਰੇਮ ਘਟ ਹੈ। ਕਿਮ ਜਾਣੇ ਸਿੱਖ ਸੇਵਕ ਸਾਰੇ ਸਾਰੇ ਸਿੱਖ ਸੇਵਕ ਅਸੀਂ ਨਹੀਂ ਜਾਣਦੇ ਪਾਤਸ਼ਾਹ, ਸਾਨੂੰ ਤਾਂ ਦੋਵੇਂ ਇੱਕੋ ਸਮਾਨ ਨਜ਼ਰ ਆਉਂਦੇ ਨੇ, ਪਰ ਕਿਹਦੇ ਵਿੱਚ ਪ੍ਰੇਮ ਘਟ ਹੈ, ਕਿਹਦੇ ਵਿੱਚ ਵੱਧ ਹੈ, ਇਹ ਅਸੀਂ ਨਹੀਂ ਜਾਣ ਸਕਦੇ। ਕਹੇ ਆਪ ਕੇ ਲਿਹ ਪਛਾਨੋ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਤਾਂ ਪਛਾਣ ਹੋ ਸਕਦੀ ਹੈ। ਸਿੱਖ ਬਾਦੇ ਹੋਏ ਸੰਸੇਹਾਨੋ ਸਿੱਖ ਜਿਹੜੀ ਇਹ ਵਿਚਾਰ ਕਰਦੇ ਨੇ, ਵਿਚਾਰ ਕਰਦਿਆਂ ਮਨਾਂ ਅੰਦਰ ਇਹ ਸੰਸਾ ਬਣਿਆ ਹੋਇਆ, ਆਪ ਕਿਰਪਾ ਕਰਕੇ ਉਹ ਨਿਵਰਤ ਕਰੋ। ਕਿਰਪਾ ਕਰੋ ਚਾਹਤ ਸਭ ਪੁੱਛਾ ਪਾਤਸ਼ਾਹ ਜੀ ਬੇਨਤੀ ਕਰਕੇ ਜਿਵੇਂ ਅਸੀਂ ਆਪ ਜੀ ਨੂੰ ਪੁੱਛਿਆ, ਉਹ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ। ਸੁਨ ਰਾਵਰ ਤੇ ਬਾਕਨ ਸੂਚਾ ਇਸ ਪ੍ਰਕਾਰ ਦੇ ਨਾਲ
ਪਵਿੱਤਰ ਵਾਕ ਜਦੋਂ ਇਹ ਸੁਨਿਆ ਹੈ, ਸੁਨ ਸਿੱਖਨ ਤੇ ਸਤਿਗੁਰ ਤਬੇ। ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੇ ਕੋਲੋਂ ਜਦੋਂ ਇਹ ਸੁਨਿਆ, ਸੁਣ ਕਰਕੇ ਅਰ ਮਨ ਕੀ ਜਾਣਤ ਭੇ ਸਬੇ। ਤੇ ਮਨ ਦੀ ਜਿਹੜੀ ਭਾਵਨਾ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਜਾਣੀ ਹੈ। ਉੱਤਰ ਦੇਨ ਉਦਤ ਗੁਰ ਪਏ। ਹੁਣ ਉੱਤਰ ਦੇਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਤਿਆਰ ਹੋਏ, ਕਿਉਂਕਿ ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਦੱਸੋ, ਸੰਸਾ ਨਿਵਰਤ ਕਰੋ। ਹੁਣ ਉਹਨਾਂ ਨੂੰ ਉੱਤਰ ਦੇਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਉੱਤਰ ਦੇਣਾ ਕੀਤਾ। ਜਿਨ ਬੋ ਦਾਸਨ ਕੋ ਸੁਖ ਦਏ। ਜਿਹੜੇ ਆਪਣੇ ਦਾਸਾਂ ਨੂੰ ਬਹੁਤਾ ਸੁਖ ਦੇਣ ਵਾਲੇ ਹਨ, ਬਹੁਤਾ ਸੁਖ ਬਖਸ਼ਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਬੇਨਤੀ ਸੁਣੀ ਹੈ ਸਿੱਖਾਂ ਦੀ, ਪ੍ਰਸ਼ਨ ਕੀਤਾ ਗੁਰੂ ਕਿਆ, ਸਿੱਖਾਂ ਨੇ ਸਵਾਲ ਪੁੱਛਿਆ ਤੇ ਇਹਨਾਂ ਦਾ ਉੱਤਰ ਸਤਿਗੁਰੂ ਪਾਤਸ਼ਾਹ ਜੀ ਹੁਣ ਅੱਗੇ ਦੇਣਗੇ। ਅਗਲੇ ਪ੍ਰਕਰਨ ਅੰਦਰ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਵਰਣਨ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ ਅਸੀਸ ਬਖਸ਼ਣੀ। ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਕਿਰਪਾ ਕਰਨ, ਸੁਮਤ ਬਖਸ਼ਿਸ਼ ਕਰਨ। ਵਾਹਿਗੁਰੂ 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 हे अच्युत हे पार ब्रह्मा ਅਗਨਾਸੀ ਅਗਨਾਸ हे पूरण हे सर्वमय ਪੰਜਨ ਗੁਣ ਤਾਸ हे संगे हे निरंकार ਨਿਰਗੁਣ ਸਭ ਟੇਕ हे गोविंद हे गुण निधान ਕੀ ਸਦਾ ਬਵੇਤ हे अपरंपर हर हरे ਹੈ ਪੀਓ ਅਣਹਾਰ हे संत का सदा संग ਧਾਰਾ ਆਧਾਰ हे ठाकुर हूँ दासुर ਹੈ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋ ਹੀ ਐ ਪਰੋਏ आए प्रभ शरणागते ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤੇ ਨਿਆਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवा दे ਗੁਰ ਪਾਰੇ ਉਤਾਰਨ ਹਾਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवा दे ਗੁਰ ਪਾਰੇ ਉਤਾਰਨ ਹਾਰ वाहिगुरु जी का खालसा वाहिगुरु जी की फतेह।